Christ TV, changing lives, changing nations. So, when you are a child of God, ਔਰ ਜਦ ਤੁਸੀਂ ਪਰਮੇਸ਼ਵਰ ਦੀ ਸੰਤਾਨ ਹੋ you never lack anything. ਤਾਂ ਤੁਹਾਡੀ ਜ਼ਿੰਦਗੀ 'ਚ ਕਦੇ ਕਿਸੇ ਚੀਜ਼ ਦੀ ਕਮੀ ਨਹੀਂ ਰਹਿੰਦੀ। When you are a child of God, ਜਦ ਤੁਸੀਂ ਪਰਮੇਸ਼ਵਰ ਦੀ ਸੰਤਾਨ ਹੋ there are so many benefits that comes along that. ਤਾਂ ਫਿਰ ਉਹਦੇ ਨਾਲ ਨਾਲ ਤੁਹਾਡੀ ਜ਼ਿੰਦਗੀ 'ਚ ਬਹੁਤ ਸਾਰੇ ਹੋਰ ਫਾਇਦੇ ਆਉਂਦੇ ਨੇ। Just being a child of God, ਸਿਰਫ ਇੱਕ ਪਰਮੇਸ਼ਵਰ ਦੀ ਸੰਤਾਨ ਬਣਨ ਦੇ ਨਾਲ ਹੀ it is something that is very unique, something that is very important. ਇਹ ਚੀਜ਼ ਪਰਮੇਸ਼ਵਰ ਦੀ ਸੰਤਾਨ ਬਣਨਾ ਇੱਕ ਬਹੁਤ ਹੀ ਅਲੱਗ ਔਰ ਇੱਕ ਬਹੁਤ ਹੀ ਜ਼ਰੂਰੀ ਚੀਜ਼ ਹੈ। You never regret in life because you are a child of God. ਤੁਸੀਂ ਪਰਮੇਸ਼ਵਰ ਦੀ ਸੰਤਾਨ ਬਣ ਕੇ ਪ੍ਰਭੂ ਦੇ ਬੱਚੇ ਬਣ ਕੇ ਕਦੀ ਵੀ ਬਾਅਦ 'ਚ ਪਛਤਾਓਗੇ ਨਹੀਂ ਆਪਣੀ ਜ਼ਿੰਦਗੀ 'ਚ। ਆਮੀਨ। But you always testify and see the power and the glory of God. ਪਰ ਤੁਸੀਂ ਹਮੇਸ਼ਾ ਗਵਾਹੀ ਦੋਗੇ ਔਰ ਪਰਮੇਸ਼ਵਰ ਦੀ ਪਾਵਰ ਔਰ ਉਸ ਦੀ ਮਹਿਮਾ ਨੂੰ ਦੇਖੋਗੇ। ਆਮੀਨ। So I'm very happy that you are here. ਮੈਂ ਬਹੁਤ ਖੁਸ਼ ਹਾਂ ਕਿ ਤੁਸੀਂ ਇੱਥੇ ਹੋ। Let us go into the Bible without wasting much of the time. ਅਸੀਂ ਆਪਣੀ ਬਾਈਬਲ ਨੂੰ ਖੋਲਾਂਗੇ ਸਮਾਂ ਬਰਬਾਦ ਕੀਤੇ ਬਿਨਾਂ। And I want you to open your Bibles in the book of Genesis chapter 1 ਅਸੀਂ ਬਾਈਬਲ ਨੂੰ ਖੋਲਾਂਗੇ ਉਤਪਤ 1 and you go to verse 26. ਉਸ ਦੀ 26 ਨੰਬਰ ਆਇਤ। Let us see what God wants to impact upon our lives. ਅਸੀਂ ਸੁਣਾਂਗੇ ਜੋ ਪਰਮੇਸ਼ਰ ਸਾਨੂੰ ਦੱਸਣਾ ਚਾਹੁੰਦੇ ਨੇ। ਉਤਪਤ 1 ਉਸ ਦੀ 26 ਨੰਬਰ ਆਇਤ। We live by the word of God. ਅਸੀਂ ਪਰਮੇਸ਼ਵਰ ਦੇ ਵਚਨ ਦੇ ਦੁਆਰਾ ਜਿਉਂਦੇ ਹਾਂ। The word of God is life. ਪਰਮੇਸ਼ਵਰ ਦਾ ਵਚਨ ਜ਼ਿੰਦਗੀ ਹੈ। The word of God, it is spirit. ਪਰਮੇਸ਼ਵਰ ਦਾ ਵਚਨ ਆਤਮਾ ਹੈ। Jesus Christ spoke these words himself in the book of John chapter 6 verse 63. ਯਿਸੂ ਮਸੀਹ ਨੇ ਖੁਦ ਇਹਨਾਂ ਵਚਨਾਂ ਨੂੰ ਯੋਹੰਨਾ 6 ਉਸ ਦੀ 63 ਨੰਬਰ ਆਇਤ 'ਚ ਆਖਿਆ। The words that I speak to you, ਜੋ they are ਵਚਨ ਮੈਂ life. ਤੁਹਾਨੂੰ ਬੋਲ ਰਿਹਾ ਇਹ ਜ਼ਿੰਦਗੀ ਨੇ। The words that I speak to you, they are spirit. ਜੋ ਵਚਨ ਮੈਂ ਤੁਹਾਨੂੰ ਬੋਲ ਰਿਹਾ ਇਹ ਆਤਮਾ ਨੇ। So we don't live by bread, but we live by the word of God. ਅਸੀਂ ਸਿਰਫ ਪ੍ਰਾਰਥਨਾ ਨਾਲ ਜਿਉਂਦੇ ਨਹੀਂ ਰਹਿੰਦੇ ਪਰ ਅਸੀਂ ਪਰਮੇਸ਼ਵਰ ਦੇ ਵਚਨ ਦੁਆਰਾ ਜਿਉਂਦੇ ਰਹਿੰਦੇ ਹਾਂ Because it is life. ਕਿਉਂਕਿ ਇਹੀ ਜ਼ਿੰਦਗੀ ਹੈ। Somebody say hallelujah. ਹਾਲੇਲੂਇਆ। So you can read for us Genesis chapter 1 verse 26 to 28. ਉਤਪਤ 1 ਉਸ ਦੀ 26 ਤੋਂ 28 ਨੰਬਰ ਆਇਤ। ਪਰਮੇਸ਼ਵਰ ਨੇ ਆਖਿਆ ਕਿ ਅਸੀਂ ਮਨੁੱਖ ਨੂੰ ਆਪਣੇ ਸਰੂਪ ਵਿੱਚ ਅਤੇ ਆਪਣੇ ਵਰਗਾ ਬਣਾਈਏ ਅਤੇ ਉਸ ਸਮੁੰਦਰ ਦੀਆਂ ਮੱਛੀਆਂ ਉੱਤੇ, ਆਕਾਸ਼ ਦੇ ਪੰਛੀਆਂ ਉੱਤੇ, ਪਸ਼ੂਆਂ ਸਗੋਂ ਸਾਰੀ ਧਰਤੀ ਉੱਤੇ ਅਤੇ ਧਰਤੀ ਉੱਤੇ ਸਾਰੇ ਕਿਸਰਨ ਵਾਲੇ ਜੀਵ ਜੰਤੂਆਂ ਉੱਤੇ ਰਾਜ ਕਰਨ। ਇਸ ਤਰ੍ਹਾਂ ਪਰਮੇਸ਼ਵਰ ਨੇ ਮਨੁੱਖ ਦੀ ਰਚਨਾ ਆਪਣੇ ਸਰੂਪ ਵਿੱਚ ਕੀਤੀ। ਪਰਮੇਸ਼ਵਰ ਦੇ ਸਰੂਪ ਵਿੱਚ ਉਸ ਨੂੰ ਰਚਿਆ, ਉਸ ਦੇ ਨਰ ਨਾਰੀ ਦੀ ਸ੍ਰਿਸ਼ਟੀ ਕੀਤੀ। ਪਰਮੇਸ਼ਵਰ ਨੇ ਉਹਨਾਂ ਨੂੰ ਅਸੀਸ ਦਿੱਤੀ ਅਤੇ ਪਰਮੇਸ਼ਵਰ ਨੇ ਉਹਨਾਂ ਨੂੰ ਆਖਿਆ ਕਿ ਫਲੋ ਅਤੇ ਵਧੋ, ਧਰਤੀ ਨੂੰ ਭਰ ਦਿਓ ਅਤੇ ਉਹਨੂੰ ਆਪਣੇ ਵੱਸ ਵਿੱਚ ਕਰੋ ਅਤੇ ਸਮੁੰਦਰ ਦੀਆਂ ਮੱਛੀਆਂ, ਆਕਾਸ਼ ਦੇ ਪੰਛੀਆਂ ਅਤੇ ਧਰਤੀ ਉੱਤੇ ਕਿਸਰਨ ਵਾਲੇ ਸਾਰੇ ਜੀਵ ਜੰਤੂਆਂ ਉੱਤੇ ਰਾਜ ਕਰੋ। ਹਾਲੇਲੂਇਆ। Then God said, ਪਰਮੇਸ਼ਵਰ ਨੇ ਆਖਿਆ and now we will make human beings. ਹੁਣ ਆਓ ਅਸੀਂ ਮਨੁੱਖ ਨੂੰ ਬਣਾਈਏ। They will be like us and resemble us. ਅਸੀਂ ਉਸ ਨੂੰ ਆਪਣੇ ਸਰੂਪ ਵਿੱਚ ਆਪਣੇ ਵਰਗਾ ਬਣਾਈਏ। You shall see that in this case, God is talking to someone. ਦੇਖੋ ਇਸ ਦੇ ਵਿੱਚ ਪਰਮੇਸ਼ਵਰ ਕਿਸੇ ਦੇ ਨਾਲ ਗੱਲ ਕਰ ਰਹੇ ਨੇ। Let us make men. ਪਰਮੇਸ਼ਵਰ ਨੇ ਕਿਹਾ ਆਓ ਅਸੀਂ ਮਨੁੱਖ ਨੂੰ ਬਣਾਈਏ। But when we are making these men, ਪਰ ਜਦ ਅਸੀਂ ਇਸ ਮਨੁੱਖ ਨੂੰ ਬਣਾਵਾਂਗੇ they must look like us. ਤਾਂ ਪ੍ਰਭੂ ਨੇ ਕਿਹਾ ਉਹ ਇਨਸਾਨ ਸਾਡੇ ਵਰਗਾ ਦਿਖਣਾ ਚਾਹੀਦਾ ਹੈ And they must resemble us. ਔਰ ਉਹ ਇਨਸਾਨ ਸਾਡੇ ਵਰਗੇ ਦਿਖਣੇ ਚਾਹੀਦੇ ਨੇ, They ਸਾਡੇ ਸਰੂਪ must ਵਿੱਚ ਹੋਣੇ ਚਾਹੀਦੇ ਨੇ। resemble us. ਉਹ ਸਾਡੇ ਸਰੂਪ ਵਿੱਚ ਹੋਣੇ ਚਾਹੀਦੇ ਨੇ। You know what it means? ਤੁਹਾਨੂੰ ਪਤਾ ਹੈ ਇਸ ਦਾ ਕੀ ਮਤਲਬ ਹੈ? You who is listening to me, ਤੁਸੀਂ ਜੋ ਮੈਨੂੰ ਸੁਣ ਰਹੇ ਹੋ you are made by the image of God. ਤੁਸੀਂ ਪਰਮੇਸ਼ਵਰ ਦੇ ਸਰੂਪ ਵਿੱਚ ਬਣਾਏ ਗਏ ਹੋ And you resemble God. ਔਰ ਤੁਸੀਂ ਪਰਮੇਸ਼ਵਰ ਵਰਗੇ ਬਣਾਏ ਗਏ ਹੋ। You are made in the likeness of God. ਤੁਸੀਂ ਪਰਮੇਸ਼ਵਰ ਦੇ ਜਿਹੇ ਬਣਾਏ ਗਏ ਹੋ, ਉਸ ਦੇ ਵਰਗੇ ਬਣਾਏ ਗਏ ਹੋ। That's why you see that if you open the Bibles and read in the book of Psalms, ਇਸੇ ਕਰਕੇ ਜੇ ਤੁਸੀਂ ਬਾਈਬਲ ਨੂੰ ਜ਼ਬੂਰਾਂ ਦੀ ਪੋਥੀ ਵਿੱਚ ਪੜੋ there is one scripture which says, ਤਾਂ ਉੱਥੇ ਇੱਕ ਵਚਨ ਹੈ ਜੋ ਲਿਖਿਆ ਹੈ ਜੋ ਕਹਿੰਦਾ we ਹੈ were fearfully and wonderfully made. ਕਿ ਅਸੀਂ ਅਦਭੁਤ ਰੀਤੀ ਨਾਲ ਔਰ ਭਿਆਨਕ ਰੀਤੀ ਨਾਲ ਬਣਾਏ ਗਏ ਹਾਂ। Meaning to say, ਕਹਿਣ ਦਾ ਮਤਲਬ when God created us, ਕਿ ਜਦ ਪਰਮੇਸ਼ਵਰ ਨੇ ਸਾਨੂੰ ਬਣਾਇਆ He took His time.
ਤੇ ਪ੍ਰਭੂ ਨੇ ਆਪਣਾ ਪੂਰਾ ਸਮਾਂ ਲਿਆ। Why? Because he wanted us to be like him. ਕਿਉਂ? ਕਿਉਂਕਿ ਪ੍ਰਭੂ ਚਾਹੁੰਦੇ ਸੀ ਕਿ ਅਸੀਂ ਉਸ ਤੇ ਵਰਗੇ ਦਿਖੀਏ। He wanted us to look like him. ਪ੍ਰਭੂ ਚਾਹੁੰਦੇ ਸੀ ਕਿ ਅਸੀਂ ਉਸ ਤੇ ਵਰਗੇ ਦਿਖੀਏ। Now, if you proceed with the scripture, ਹੁਣ ਜੇ ਤੁਸੀਂ ਇਸ ਵਚਨ ਨੂੰ ਅੱਗੇ ਪੜੋ the Bible then says, ਤਾਂ ਬਾਈਬਲ ਕਹਿੰਦੀ ਹੈ they will have power over the fish, the birds, and all the animals. ਕਿ ਪਰਮੇਸ਼ਵਰ ਨੇ ਮਨੁੱਖਾਂ ਨੂੰ ਪੰਛੀਆਂ ਉੱਪਰ, ਪਸ਼ੂਆਂ ਉੱਪਰ, ਮੱਛੀਆਂ ਉੱਪਰ, ਸਾਰਿਆਂ ਉੱਪਰ ਇੱਕ ਅਧਿਕਾਰ ਦਿੱਤਾ, ਰਾਜ ਕਰਨ ਦਾ ਅਧਿਕਾਰ ਦਿੱਤਾ। Now, this is what we want to talk about tonight. ਅਸੀਂ ਇਸੇ ਚੀਜ਼ ਬਾਰੇ ਅੱਜ ਗੱਲ ਕਰਨਾ ਚਾਹੁੰਦੇ ਹਾਂ। He made man in his own image. ਦੇਖੋ ਪਰਮੇਸ਼ਵਰ ਨੇ ਇਨਸਾਨ ਨੂੰ ਆਪਣੇ ਸਰੂਪ ਵਿੱਚ ਬਣਾਇਆ। You were made in the image of God. ਤੁਸੀਂ ਪਰਮੇਸ਼ਵਰ ਦੇ ਸਰੂਪ ਵਿੱਚ ਬਣਾਏ ਗਏ ਹੋ। But God did not just end on making you, on creating you. ਪਰ ਪ੍ਰਭੂ ਸਿਰਫ ਤੁਹਾਨੂੰ ਬਣਾ ਕੇ ਬਸ ਨਹੀਂ ਕਰ ਗਏ। He gave something that is special to you again. ਤਾਂ ਪ੍ਰਭੂ ਨੇ ਤੁਹਾਨੂੰ ਬਣਾਇਆ ਔਰ ਉਸ ਤੋਂ ਬਾਅਦ ਪਰਮੇਸ਼ਵਰ ਨੇ ਤੁਹਾਨੂੰ ਕੁਝ ਐਸਾ ਦਿੱਤਾ ਜੋ ਕਿ ਸਪੈਸ਼ਲ ਹੈ। After the creation, ਜਦੋਂ ਇਹ ਸਾਰੀ ਸ੍ਰਿਸ਼ਟੀ ਪੂਰੀ ਹੋ ਗਈ, making you to be who you are, ਪੂਰੀ ਸ੍ਰਿਸ਼ਟੀ ਨੂੰ ਪੂਰੇ ਕਰਨ ਤੋਂ ਬਾਅਦ ਜਦ ਪ੍ਰਭੂ ਨੇ ਤੁਹਾਨੂੰ ਬਣਾਇਆ, making you to be like him. ਜਦ ਪ੍ਰਭੂ ਨੇ ਤੁਹਾਨੂੰ ਆਪਣੇ ਸਰੂਪ ਵਿੱਚ ਬਣਾਇਆ, That is one of the most important favors that ਇਹ- God have ever done to us. ਇਹ ਪਰਮੇਸ਼ਵਰ ਦਾ ਇੱਕ ਸਭ ਤੋਂ ਵੱਡਾ ਫੇਵਰ ਹੈ ਜੋ ਪ੍ਰਭੂ ਨੇ ਸਾਨੂੰ ਦਿਖਾਇਆ ਹੈ ਕਿ ਪ੍ਰਭੂ ਨੇ ਸਾਰੀ ਸ੍ਰਿਸ਼ਟੀ ਬਣਾਉਣ ਤੋਂ ਬਾਅਦ ਐਂਡ 'ਚ ਪ੍ਰਭੂ ਨੇ ਸਾਨੂੰ ਬਣਾਇਆ ਔਰ ਆਪਣੇ ਵਰਗਾ ਬਣਾਇਆ। Making you to become like him, ਪਰਮੇਸ਼ਵਰ ਨੇ ਤੁਹਾਨੂੰ ਆਪਣੇ ਵਰਗਾ ਬਣਾਇਆ to look like him, ਕਿ ਤੁਹਾਡੇ ਉਹ ਤੁਸੀਂ ਉਸ ਦੇ ਵਰਗੇ ਦਿਖੋ, and to resemble him. ਕਿ ਤੁਸੀਂ ਉਸ ਦੇ ਵਰਗੇ ਦਿਖੋ, ਉਸ ਦੇ ਜਿਹੇ ਹੋਵੋ। It is favor, ਇਹ ਪਰਮੇਸ਼ਵਰ ਦਾ ਇੱਕ ਫੇਵਰ ਹੈ। which means in the creation, ਇਹਦਾ God ਮਤਲਬ- loved us more ਇਹਦਾ ਮਤਲਬ ਕਿ ਪਰਮੇਸ਼ਵਰ ਸਾਰੀ ਸ੍ਰਿਸ਼ਟੀ ਵਿੱਚ ਸਾਨੂੰ ਸਭ ਨਾਲ ਵੱਧ ਕੇ ਪਿਆਰ ਕਰਦੇ ਨੇ because we are like him. ਕਿਉਂਕਿ ਅਸੀਂ ਉਸ ਦੇ ਜਿਹੇ ਹਾਂ। That's why you would see that after all the sins that we have committed, ਇਸੇ ਕਰਕੇ ਅਸੀਂ ਦੇਖਦੇ ਹਾਂ ਕਿ ਸਾਰੇ ਪਾਪ ਕਰਨ ਤੋਂ ਬਾਅਦ ਵੀ he loved us again to an extent that he sent his only son. ਉਹ ਸਾਨੂੰ ਫਿਰ ਵੀ ਪਿਆਰ ਕਰਦੇ ਨੇ ਕਿ ਅਸੀਂ ਇੰਨੇ ਪਾਪ ਕੀਤੇ ਪਰ ਫਿਰ ਵੀ ਪ੍ਰਭੂ ਨੇ ਸਾਨੂੰ ਇੰਨਾ ਪਿਆਰ ਕੀਤਾ ਕਿ ਆਪਣਾ ਇਕਲੌਤਾ ਪੁੱਤਰ ਸਾਡੀ ਖਾਤਰ ਦੇ ਦਿੱਤਾ, To be crucified, ਕਿ ਉਹ ਸਾਡੀ ਖਾਤਰ ਸਲੀਬ ਉੱਤੇ ਚੜਾਇਆ die ਗਿਆ, for us. ਸਾਡੇ ਖਾਤਰ ਮਰਿਆ। His only son. ਉਸ ਦਾ ਇਕਲੌਤਾ ਪੁੱਤਰ, His only son. ਉਸ ਦਾ ਇਕਲੌਤਾ ਪੁੱਤਰ। This is the love of God. ਇਹ ਪਰਮੇਸ਼ਵਰ ਦਾ ਪਿਆਰ ਹੈ। But today we want to emphasize on the issue of power. ਪਰ ਅੱਜ ਅਸੀਂ ਪਾਵਰ ਦੇ ਹਿੱਸੇ ਉੱਪਰ ਜ਼ਿਆਦਾ ਅਸੀਂ ਜ਼ੋਰ ਪਾਵਾਂਗੇ। He gave them power. ਪਰਮੇਸ਼ਵਰ ਨੇ ਉਹਨਾਂ ਨੂੰ ਪਾਵਰ He ਦਿੱਤੀ। gave us power ਪ੍ਰਭੂ ਨੇ ਸਾਨੂੰ ਪਾਵਰ ਦਿੱਤੀ ਹੈ over everything that was created. ਹਰ ਇੱਕ ਚੀਜ਼ ਜੋ ਬਣਾਈ ਗਈ ਹੈ, ਹਰ ਇੱਕ ਚੀਜ਼ ਦੇ ਉੱਪਰ ਪਰਮੇਸ਼ਵਰ ਨੇ ਸਾਨੂੰ ਪਾਵਰ ਦਿੱਤੀ ਹੈ। Whatever that we can talk about that was created by God, ਅਸੀਂ ਕਿਸੇ ਵੀ ਚੀਜ਼ ਦੀ ਗੱਲ ਕਰ ਲਈਏ ਜੋ ਪ੍ਰਭੂ ਨੇ ਬਣਾਈ ਹੈ, you were given power over them. ਤੁਹਾਨੂੰ ਉਸ ਹਰ ਇੱਕ ਚੀਜ਼ ਦੇ ਉੱਪਰ ਪਾਵਰ ਦਿੱਤੀ ਗਈ ਹੈ। So if you are given power over everything that was made by God, ਜੇ ਤੁਹਾਨੂੰ ਹਰ ਇੱਕ ਉਸ ਚੀਜ਼ ਦੇ ਉੱਪਰ ਪਾਵਰ ਦਿੱਤੀ ਗਈ ਹੈ ਜੋ ਪਰਮੇਸ਼ਵਰ ਨੇ ਬਣਾਈ ਹੈ, why then do you suffer today? ਤਾਂ ਫਿਰ ਕਿਉਂ ਤੁਸੀਂ ਅੱਜ ਦੁੱਖ ਦੇਖ ਰਹੇ ਹੋ? Being given that kind of power ਤੁਹਾਨੂੰ ਪਰਮੇਸ਼ਵਰ ਨੇ ਐਸੀ ਪਾਵਰ ਦਿੱਤੀ ਹੋਈ ਹੈ to be the leader of everything that was made by God. ਕਿ ਜੋ ਵੀ ਪਰਮੇਸ਼ਵਰ ਨੇ ਇਸ ਧਰਤੀ ਪਰ ਬਣਾਇਆ, ਸਾਰੀ ਸ੍ਰਿਸ਼ਟੀ ਦੇ ਉੱਪਰ ਪ੍ਰਭੂ ਨੇ ਤੁਹਾਨੂੰ ਅਧਿਕਾਰ ਦਿੱਤਾ ਹੈ, ਪ੍ਰਭੂ ਨੇ ਤੁਹਾਨੂੰ ਰਾਜ ਕਰਨ ਦੀ ਸਾਮਰਥ ਦਿੱਤੀ ਹੈ। To be on top of everything that was made by God. ਜੋ ਪਰਮੇਸ਼ਵਰ ਨੇ ਬਣਾਇਆ ਉਹਨਾਂ ਸਭਨਾਂ ਦੇ ਵਿੱਚ ਪ੍ਰਭੂ ਨੇ ਤੁਹਾਨੂੰ ਸਭ ਤੋਂ ਉੱਪਰ ਰੱਖਿਆ। To be the commander of everything that was created. ਜੋ ਸਭ ਕੁਝ ਬਣਾਇਆ ਗਿਆ, ਪਰਮੇਸ਼ਵਰ ਨੇ ਤੁਹਾਨੂੰ ਉਹਦਾ ਕਮਾਂਡਰ ਬਣਾਇਆ। With that privilege and that favor, ਇਸ ਇੱਕ ਫੇਵਰ ਦੇ ਨਾਲ, ਇੱਕ ਇਸ ਬਹੁਮੁੱਲੇ ਅਵਸਰ ਦੇ ਨਾਲ, why then are you lacking something in your life today? ਤਾਂ ਫਿਰ ਕਿਉਂ ਤੁਹਾਡੀ ਜ਼ਿੰਦਗੀ ਵਿੱਚ ਅਜੇ ਵੀ ਕਮੀਆਂ ਨੇ, ਕੁਝ ਜੋ ਤੁਹਾਨੂੰ ਚਾਹੀਦਾ ਨਹੀਂ ਹੈ? Somebody say hallelujah. ਹਾਲੇਲੂਇਆ। Tell your neighbor, I was given power. ਆਪਣੇ ਗੁਆਂਢੀ ਨੂੰ ਕਹੋ ਕਿ ਮੈਨੂੰ ਪਾਵਰ ਦਿੱਤੀ ਗਈ ਸੀ। So this thing of power, ਇਹ ਜੋ ਪਾਵਰ ਦੀ ਗੱਲ ਹੈ, I never knew that we were given power during the creation. ਮੈਨੂੰ ਕਦੀ ਵੀ ਨਹੀਂ ਸੀ, ਮੈਂ ਇਸ ਚੀਜ਼ ਨੂੰ ਨਹੀਂ ਸੀ ਜਾਣਦਾ ਕਿ ਤੁਹਾਨੂੰ ਜਦ ਮਨੁੱਖ ਨੂੰ ਰਚਿਆ ਗਿਆ ਤਾਂ ਉਸੇ ਟਾਈਮ ਇੱਕ ਮਨੁੱਖ ਨੂੰ ਪਾਵਰ ਦਿੱਤੀ I ਗਈ ਸੀ। thought that maybe we were given power after the coming of Jesus Christ. ਮੈਂ ਸੋਚਿਆ ਤਾਂ ਮੈਂ ਇਸ ਤਰੀਕੇ ਨਾਲ ਸੋਚਦਾ ਹੁੰਦਾ ਸੀ ਕਿ ਸ਼ਾਇਦ ਜਦੋਂ ਯਿਸੂ ਮਸੀਹ ਸਾਡੀ ਖਾਤਰ ਆਏ ਉਸ ਟਾਈਮ ਸਾਨੂੰ ਪਾਵਰ ਦਿੱਤੀ ਗਈ। No. ਨਹੀਂ, Jesus, when he came ਜਦ ਯਿਸੂ ਮਸੀਹ ਆਏ and manifest here on earth, ਔਰ ਜਦੋਂ ਯਿਸੂ ਮਸੀਹ ਇੱਥੇ ਧਰਤੀ ਉੱਪਰ ਜਦੋਂ ਉਹਨਾਂ ਨੇ ਆਪਣਾ ਪ੍ਰਗਟ ਕੀਤਾ, we were already given power in our time of creation. ਤਾਂ ਉਸ ਤੋਂ ਪਹਿਲਾਂ ਹੀ ਜਦ ਪ੍ਰਭੂ ਨੇ ਸਾਡੀ ਰਚਨਾ ਕੀਤੀ ਸੀ, ਸ੍ਰਿਸ਼ਟੀ ਦੇ ਸਮੇਂ ਹੀ ਪ੍ਰਭੂ ਨੇ ਸਾਨੂੰ ਪਾਵਰ ਦੇ ਦਿੱਤੀ ਸੀ। In other words, we can say that we were ordained with power. ਹੋਰ ਸ਼ਬਦਾਂ 'ਚ ਮੈਂ ਆਖਾਂ ਤਾਂ ਅਸੀਂ ਪਾਵਰ ਦੇ ਨਾਲ, ਪਰਮੇਸ਼ਵਰ ਦੀ ਸਮਰਥ ਦੇ ਨਾਲ ਅਸੀਂ ਪਹਿਲਾਂ ਹੀ ਮਸਾ ਕੀਤੇ ਸੀ, ਅਲੱਗ ਕੀਤੇ ਗਏ ਸੀ। Because in this chapter, ਕਿਉਂਕਿ ਇਸ ਅਧਿਆਇ ਦੇ ਵਿੱਚ God is just still discussing, He haven't created. ਦੇਖੋ ਅਜੇ ਤੱਕ ਪ੍ਰਭੂ ਨੇ ਇਨਸਾਨ ਨੂੰ ਬਣਾਇਆ ਨਹੀਂ ਹੈਗਾ ਇਸ ਅਧਿਆਇ ਵਿੱਚ, ਅਜੇ ਪ੍ਰਭੂ ਸਿਰਫ ਗੱਲ ਹੀ ਕਰ ਰਿਹਾ ਹੈ। And He say, we will give them power.
ਔਰ ਪ੍ਰਭੂ ਨੇ ਕਿਹਾ ਕਿ ਅਸੀਂ ਉਹਨੂੰ ਪਾਵਰ ਦੇਵਾਂਗੇ, We will give them power. ਅਸੀਂ ਉਸ ਨੂੰ ਪਾਵਰ ਦੇਵਾਂਗੇ। Let us make men in our likeness, in our image. ਪਰਮੇਸ਼ਰ ਨੇ ਕਿਹਾ ਕਿ ਅਸੀਂ ਇਨਸਾਨ ਨੂੰ ਆਪਣੇ ਸਰੂਪ ਵਿੱਚ ਆਪਣੇ ਵਰਗਾ ਬਣਾਈਏ And we will give them power. ਔਰ ਅਸੀਂ ਇਨਸਾਨ ਨੂੰ ਪਾਵਰ ਦਈਏ। So the decision of us having power, ਤੇ ਸਾਡੇ ਅੰਦਰ ਪਾਵਰ ਆਉਣ ਦਾ ਜੋ ਉਹ ਸਾਮਰਥ ਆਉਣ ਦਾ ਜੋ ਫੈਸਲਾ ਸੀ, it was made in the creation time. ਉਹ ਸ੍ਰਿਸ਼ਟੀ ਦੇ ਉਤਪਤ ਦੇ ਸਮੇਂ ਤੋਂ ਹੀ ਲੈ So ਲਿਆ ਗਿਆ ਸੀ। we were born with authority. ਅਸੀਂ ਅਧਿਕਾਰ ਦੇ ਨਾਲ ਹੀ ਪੈਦਾ ਹੋਏ ਹਾਂ, We were born with power. ਅਸੀਂ ਪਰਮੇਸ਼ਰ ਦੀ ਸਾਮਰਥ ਦੇ ਨਾਲ ਹੀ ਪੈਦਾ ਹੋਏ ਹਾਂ। If the Bible says, they shall resemble me, ਹੁਣ ਜੇ ਬਾਈਬਲ ਕਹਿ ਰਹੀ ਹੈ ਕਿ ਉਹ ਮੇਰੇ ਵਰਗੇ ਦਿਖਣਗੇ, do you know what it means? ਤੁਹਾਨੂੰ ਪਤਾ ਇਸ ਦਾ ਕੀ ਮਤਲਬ ਹੈ? It means you look like a small God. You are like a God. ਇਹਦਾ ਮਤਲਬ ਤੁਸੀਂ ਇੱਕ ਛੋਟੇ ਪ੍ਰਭੂ ਹੋ, ਤੁਸੀਂ ਪ੍ਰਭੂ ਵਰਗੇ ਹੋ, You are like a God. ਤੁਸੀਂ ਪਰਮੇਸ਼ਰ ਵਰਗੇ ਹੋ, Because you were made in the image of God. ਕਿਉਂਕਿ ਤੁਸੀਂ ਪਰਮੇਸ਼ਰ ਦੇ ਸਰੂਪ ਵਿੱਚ ਬਣਾਏ ਗਏ ਹੋ। That's why you see that your children, they are called by your name. ਇਸੇ ਕਰਕੇ ਤੁਹਾਡੇ ਜਿਹੜੇ ਬੱਚੇ ਨੇ ਤੁਹਾਡੇ ਨਾਮ ਦੁਆਰਾ ਸਦਾਏ ਜਾਂਦੇ ਨੇ, ਤੁਹਾਡੇ ਨਾਮ ਦੁਆਰਾ ਉਹ ਬੁਲਾਏ ਜਾਂਦੇ ਨੇ। They will carry the same blood with your blood. ਜੋ ਤੁਹਾਡੇ ਅੰਦਰ ਖੂਨ ਹੈ ਉਹੀ ਤੁਹਾਡੇ ਬੱਚਿਆਂ ਅੰਦਰ ਖੂਨ ਜਾਂਦਾ Why? ਹੈ। Because out of your womb they came. ਕਿਉਂ? ਕਿਉਂਕਿ ਤੁਹਾਡੀ ਕੋਖ ਦੇ ਵਿੱਚੋਂ ਤੁਹਾਡਾ ਬੱਚਾ ਨਿਕਲਿਆ। So we all came out of the womb of God. ਔਰ ਅਸੀਂ ਸਾਰੇ ਪਰਮੇਸ਼ਰ ਦੀ ਕੋਖ ਚੋਂ ਨਿਕਲੇ ਹਾਂ। We all came out of the hands of God. ਅਸੀਂ ਪਰਮੇਸ਼ਰ ਦੇ ਹੱਥਾਂ ਚੋਂ ਨਿਕਲੇ ਹਾਂ। We were designed, manufactured by His hands. ਅਸੀਂ ਡਿਜ਼ਾਈਨ ਕੀਤੇ ਗਏ ਹਾਂ, ਅਸੀਂ ਬਣਾਏ ਗਏ ਹਾਂ ਉਹਦੇ ਖੁਦ ਦੇ ਹੱਥਾਂ ਦੁਆਰਾ। Somebody say hallelujah. ਹਾਲੇਲੂਇਆ। Tell your neighbor, you were designed fearfully by God. ਆਪਣੇ ਗੁਆਂਢੀ ਨੂੰ ਕਹੋ ਕਿ ਤੂੰ ਭਿਆਨਕ ਰੀਤੀ ਦੇ ਦੁਆਰਾ ਪਰਮੇਸ਼ਰ ਦੁਆਰਾ ਡਿਜ਼ਾਈਨ ਕੀਤਾ ਗਿਆ ਹੈ। Now, in that time, ਹੁਣ ਉਸ ਸਮੇਂ ਵਿੱਚ, that's when you were given power. ਉਸ ਸਮੇਂ ਤੁਹਾਨੂੰ ਪਾਵਰ ਦਿੱਤੀ ਗਈ Before ਸੀ। you were created. ਜਦ ਤੱਕ ਤੁਸੀਂ ਤੱਕ ਬਣਾਏ ਵੀ ਨਹੀਂ ਸੀਗੇ, ਉਸੇ ਟਾਈਮ ਪ੍ਰਭੂ ਨੇ ਤੁਹਾਨੂੰ ਪਾਵਰ ਦੇ ਦਿੱਤੀ ਸੀ। The book of Jeremiah says, ਹੁਣ ਯਰਮੀਆ ਦੀ ਕਿਤਾਬ 'ਚ ਲਿਖਿਆ ਹੈ, before you were in your mother's womb, ਇਸ ਤੋਂ ਪਹਿਲਾਂ ਕਿ ਮੈਂ ਤੈਨੂੰ ਤੇਰੀ ਮਾਂ ਦੀ ਕੋਖ 'ਚ ਰਚਿਆ, I knew you. ਮੈਂ ਤੈਨੂੰ ਜਾਣਦਾ ਸੀ। I came to you, ਮੈਂ ਤੇਰੇ ਕੋਲ ਆਇਆ, ordained you, ਮੈਂ ਤੈਨੂੰ ਮਸਾ ਕੀਤਾ, and sanctified ਮੈਂ you ਤੈਨੂੰ ਅਲੱਗ ਕੀਤਾ। when you came in your mother's womb. ਜਦ ਤੂੰ ਆਪਣੀ ਮਾਂ ਦੀ ਕੋਖ ਵਿੱਚ ਆਇਆ, ਉਸੇ ਸਮੇਂ ਮੈਂ ਤੈਨੂੰ ਆਪਣੇ ਲਈ ਅਲੱਗ ਕੀਤਾ। God is talking to Jeremiah. ਪ੍ਰਭੂ ਯਰਮੀਆ ਨਾਲ ਗੱਲ ਕਰ ਰਹੇ ਨੇ। Jeremiah was ordained ਜੋ ਯਰਮੀਆ ਸੀ ਉਹ ਅਲੱਗ ਕੀਤਾ ਗਿਆ ਸੀ। when he was in the mother's womb. ਜਦੋਂ ਆਪਣੀ ਮਾਂ ਦੀ ਕੋਖ ਵਿੱਚ ਹੀ ਸੀ, ਉਸੇ ਟਾਈਮ ਉਹ ਅਲੱਗ ਕੀਤਾ ਗਿਆ ਸੀ। That means that whatever that we have here, ਇਹਦਾ ਮਤਲਬ ਜੋ ਵੀ ਸਾਡੇ ਕੋਲ ਇੱਥੇ ਹੈ, we are given these things before we start moving on this earth. ਜੋ ਚੀਜ਼ਾਂ ਅੱਜ ਸਾਡੇ ਕੋਲ ਨੇ, ਇਹ ਚੀਜ਼ਾਂ ਸਾਨੂੰ ਉਸ ਟਾਈਮ ਤੋਂ ਮਿਲ ਚੁੱਕੀਆਂ ਨੇ ਜਿਸ ਟਾਈਮ ਅਸੀਂ ਇਸ ਧਰਤੀ ਉੱਪਰ ਚੱਲਣਾ ਫਿਰਨਾ ਸ਼ੁਰੂ ਵੀ ਨਹੀਂ ਸੀ ਕੀਤਾ। During the time of creation, ਜਦੋਂ ਉਤਪਤ ਦਾ ਸਮੇਂ ਸੀ, ਉਸ ਸਮੇਂ ਤੋਂ ਹੀ ਸਾਨੂੰ ਸਭ ਕੁਝ ਮਿਲ ਚੁੱਕਿਆ ਹੈ। power was our mark. ਜੋ ਪਾਵਰ ਹੈ ਉਹ ਸਾਡਾ ਇੱਕ ਮਾਰਕ, ਸਾਡਾ ਇੱਕ ਚਿੰਨ੍ਹ ਸੀ। Dominion was our mark. ਰਾਜ ਕਰਨਾ ਸਾਡਾ ਇੱਕ ਚਿੰਨ੍ਹ ਸੀ। Dominion over everything, my brother. ਹਰ ਇੱਕ ਚੀਜ਼ ਦੇ ਉੱਪਰ ਰਾਜ ਕਰਨਾ ਮੇਰੇ If ਭਰਾਵੋ। it is your job, ਜੇ ਤੁਹਾਡਾ ਕੰਮ ਹੈ, you were given dominion over it. ਤੁਹਾਨੂੰ ਉਹਦੇ ਉੱਪਰ ਵੀ ਰਾਜ ਕਰਨ ਦੀ ਸਾਮਰਥ ਦਿੱਤੀ ਗਈ ਹੈ। When you are given dominion over your job, ਜਦ ਤੁਹਾਨੂੰ ਤੁਹਾਡੇ ਕੰਮ ਦੇ ਉੱਪਰ ਰਾਜ ਕਰਨ ਦੀ ਸਾਮਰਥ ਦਿੱਤੀ ਜਾਂਦੀ ਹੈ, when you are given dominion over your life, ਜਦ ਤੁਹਾਨੂੰ ਤੁਹਾਡੀ ਜ਼ਿੰਦਗੀ ਦੇ ਉੱਪਰ ਰਾਜ ਕਰਨ ਦੀ ਸਾਮਰਥ ਦਿੱਤੀ ਜਾਂਦੀ ਹੈ, it means your life must be fruitful. ਇਹਦਾ ਮਤਲਬ ਤੁਹਾਡੀ ਜ਼ਿੰਦਗੀ ਫਲਵੰਤ ਹੋਣੀ ਚਾਹੀਦੀ ਹੈ। There must not be lack in your life. ਤੁਹਾਡੀ ਜ਼ਿੰਦਗੀ 'ਚ ਕੋਈ ਕਮੀ ਨਹੀਂ ਹੋਣੀ ਚਾਹੀਦੀ। There must not be shortage in your life. ਤੁਹਾਡੀ ਜ਼ਿੰਦਗੀ 'ਚ ਕੋਈ ਵੀ ਘਾਟਾ ਨਹੀਂ ਹੋਣਾ ਚਾਹੀਦਾ, Because the power that you were given, ਕਿਉਂਕਿ ਜਿਹੜੀ ਪਾਵਰ ਤੁਹਾਨੂੰ ਦਿੱਤੀ ਗਈ ਹੈ, it is the power over everything, the overall power. ਔਰ ਉਹ ਜਿਹੜੀ ਪਾਵਰ ਤੁਹਾਨੂੰ ਦਿੱਤੀ ਗਈ ਹੈ, ਉਹ ਪਾਵਰ ਸਭ ਨਾਲੋਂ ਵੱਧ ਕੇ ਹੈ। ਉਹ ਪਾਵਰ ਹਰ ਇੱਕ ਪਾਵਰ ਦੇ ਉੱਪਰ ਹੈ, ਹਰ So ਇੱਕ you ਪਾਵਰ must ਤੋਂ ਉੱਪਰ never ਪਾਵਰ ਹੈ। lack anything. ਤੇ ਇਹਦਾ ਮਤਲਬ ਤੁਹਾਡੀ ਜ਼ਿੰਦਗੀ 'ਚ ਕਦੇ ਕੋਈ ਕਮੀ ਨਹੀਂ ਹੋਣੀ Whatever ਚਾਹੀਦੀ। that you think about, ਇੱਕ ਵਾਰ ਤੁਸੀਂ ਸੋਚੋ, whatever that you need, ਜਿਸ ਚੀਜ਼ ਬਾਰੇ ਵੀ ਸੋਚਦੇ ਹੋ, you must get it. ਤੁਹਾਨੂੰ ਮਿਲਣੀ ਚਾਹੀਦੀ ਹੈ, Because you are given power over it. ਕਿਉਂਕਿ ਤੁਹਾਨੂੰ ਉਹਦੇ ਉੱਪਰ ਇੱਕ ਅਧਿਕਾਰ ਦਿੱਤਾ ਗਿਆ, ਕਿ ਰਾਜ ਕਰਨ ਦੀ ਸਾਮਰਥ ਦਿੱਤੀ ਗਈ ਹੈ। Let us give them power over the fish. ਪਰਮੇਸ਼ਰ ਨੇ ਕਿਹਾ ਅਸੀਂ ਇਹਨਾਂ ਨੂੰ ਫਿਸ਼ਸ ਦੇ ਉੱਪਰ, ਮੱਛੀਆਂ ਦੇ ਉੱਪਰ ਵੀ ਨੂੰ ਪਾਵਰ ਦੇਵਾਂਗੇ। Let us give them power over the animals, ਅਸੀਂ ਇਹਨਾਂ ਨੂੰ ਜਾਨਵਰਾਂ ਦੇ ਉੱਪਰ ਸਾਮਰਥ ਦੇਵਾਂਗੇ, the beasts, ਹਰ ਇੱਕ ਜੋ ਜੀਵ ਜੰਤੂ ਦੇ ਉੱਪਰ, everything. ਹਰ ਇੱਕ ਚੀਜ਼ ਦੇ ਉੱਪਰ। When God was giving that power, ਜਦੋਂ ਪ੍ਰਭੂ ਇਹ ਸਾਮਰਥ ਦੇ ਰਹੇ ਸੀ, it does not mean that Adam was having animals. ਇਹਦਾ ਮਤਲਬ ਇਹ ਨਹੀਂ ਕਿ ਆਦਮ ਕੋਲ ਬਹੁਤ ਸਾਰੇ ਉਸ ਟਾਈਮ ਉੱਥੇ It ਪਸ਼ੂ does not ਪੰਛੀ ਸੀ mean ਜਾਂ ਬਹੁਤ that- ਸਾਰੇ ਜਾਨਵਰ ਸੀ। It does not mean that Adam was having fish.
ਇਹਦਾ ਮਤਲਬ ਇਹ ਨਹੀਂ ਕਿ ਉਸ ਸਮੇਂ ਆਦਮ ਕੋਲ ਬਹੁਤ ਸਾਰੀ ਮੱਛੀਆਂ ਸੀ, He was not having fish. ਉਹਦੇ ਕੋਲ ਮੱਛੀਆਂ ਨਹੀਂ ਸੀ, He was not having animals. ਉਹਦੇ ਕੋਲ ਜਾਨਵਰ ਨਹੀਂ ਸੀ। But he was given power over them wherever they are. ਉਹ ਭਾਵੇਂ ਜਿੱਥੇ ਵੀ ਹੋਣ ਜਾਨਵਰ, ਉਹ ਜੋ ਵੀ ਪਸ਼ੂ ਪੰਛੀ ਜਿੱਥੇ ਵੀ ਹੋਣ ਮੱਛੀਆਂ, ਉਹਨਾਂ ਦੇ ਉੱਪਰ ਆਦਮ ਨੂੰ ਪਾਵਰ ਦਿੱਤੀ You ਗਈ। might not be having a job right now. ਹੋ ਸਕਦਾ ਕਿ ਤੁਹਾਡੇ ਕੋਲ ਇਸ ਟਾਈਮ ਜੋਬ ਨਾ But ਹੋਵੇ, wherever your job is, ਪਰ ਤੁਹਾਡੀ ਜੋਬ ਜਿੱਥੇ ਵੀ ਹੈ you are given power over it. ਤੁਹਾਨੂੰ ਉਹਦੇ ਉੱਪਰ ਪਾਵਰ ਦਿੱਤੀ ਗਈ ਹੈ। You might not have a marriage right now. ਹੋ ਸਕਦਾ ਕਿ ਤੁਹਾਡੀ ਲਾਈਫ 'ਚ ਅਜੇ ਤੱਕ ਵਿਆਹ ਨਹੀਂ ਹੈ, But ਮੈਰਿਜ ਨਹੀਂ ਹੈ, wherever your husband is, wherever your marriage is, you ਤੁਹਾਡਾ are given power over it. ਤੁਹਾਡਾ ਹਸਬੈਂਡ ਚਾਹੇ ਜਿੱਥੇ ਵੀ ਹੈ, ਚਾਹੇ ਤੁਹਾਡੀ ਮੈਰਿਜ ਕਿੱਥੇ ਵੀ ਹੈ, ਪ੍ਰਭੂ ਨੇ ਤੁਹਾਨੂੰ ਉਹਦੇ ਉੱਪਰ ਪਾਵਰ ਦੇ ਚੁੱਕੇ ਨੇ ਪ੍ਰਭੂ। You might not have a visa. ਹੋ ਸਕਦਾ ਤੁਹਾਡੇ ਕੋਲ ਵੀਜ਼ਾ ਨਹੀਂ ਹੈ, But wherever that stamp of a visa is right now, ਪਰ ਉਹ ਵੀਜ਼ੇ ਦੀ ਸਟੈਂਪ ਚਾਹੇ ਜਿੱਥੇ ਵੀ ਹੈ, you are given power over it. ਤੁਹਾਨੂੰ ਉਹਦੇ ਉੱਪਰ ਪਹਿਲਾਂ ਹੀ ਪਾਵਰ ਮਿਲ ਚੁੱਕੀ ਹੈ। Are you seeing that? ਕੀ ਤੁਸੀਂ ਇਸ ਨੂੰ ਦੇਖ ਰਹੇ ਹੋ? So, you know, I was amazed when I was reading this scripture. ਤੁਹਾਨੂੰ ਪਤਾ ਜਦ ਮੈਂ ਇਸ ਵਚਨ ਨੂੰ ਪੜ੍ਹ ਰਿਹਾ ਸੀ ਤਾਂ ਮੈਂ ਬਹੁਤ ਹੈਰਾਨ I ਹੋਇਆ। said, so why did I waste a lot of time in my life? ਤਾਂ ਮੈਂ ਸੋਚਣ ਲੱਗਾ ਕਿ ਮੈਂ ਆਪਣੀ ਜ਼ਿੰਦਗੀ ਤੇ ਇੰਨਾ ਸਮਾਂ ਕਿਉਂ ਬਰਬਾਦ ਕਰ ਦਿੱਤਾ। In my creation, ਮੇਰੀ ਸ੍ਰਿਸ਼ਟੀ ਦੇ ਸਮੇਂ when God created me, ਜਦੋਂ ਪ੍ਰਭੂ ਨੇ ਮੈਨੂੰ ਬਣਾਇਆ, inside my bones, ਮੇਰੀ ਹੱਡੀਆਂ ਦੇ ਅੰਦਰ, inside my blood, ਮੇਰੇ ਖੂਨ ਦੇ ਅੰਦਰ there is power. ਪ੍ਰਭੂ ਨੇ ਪਾਵਰ ਨੂੰ ਪਾਇਆ। God put power, ਪਰਮੇਸ਼ਰ ਨੇ ਪਾਵਰ ਨੂੰ ਪਾਇਆ, dominion. ਅਧਿਕਾਰ ਨੂੰ ਪਾਇਆ। I have to dominate everywhere I go. ਮੈਂ ਜਿੱਥੇ ਵੀ ਜਾਵਾਂ ਮੈਨੂੰ ਉੱਥੇ ਰਾਜ ਕਰਨਾ I ਚਾਹੀਦਾ have to ਹੈ। dominate in every aspect of life ਮੇਰੀ ਜ਼ਿੰਦਗੀ ਦੇ ਹਰ ਇੱਕ ਖੇਤਰ ਪਰ ਮੈਨੂੰ ਰਾਜ ਕਰਨਾ ਚਾਹੀਦਾ ਹੈ, because I was given dominion. ਕਿਉਂਕਿ ਮੈਨੂੰ ਰਾਜ ਕਰਨ ਦਾ ਅਧਿਕਾਰ ਦਿੱਤਾ ਗਿਆ ਹੈ। Power to order, power to control. ਐਸੀ ਪਾਵਰ ਜੋ ਜਿਸ ਨਾਲ ਮੈਂ ਸਭ ਕੁਝ ਆਰਡਰ ਕਰ ਸਕਦਾ, ਜਿਸ ਨਾਲ ਮੈਂ ਸਭ ਕੁਝ ਕੰਟਰੋਲ ਕਰ ਸਕਦਾ। So you don't know what it means to have dominion. ਤੁਹਾਨੂੰ ਨਹੀਂ ਪਤਾ ਕਿ ਅਧਿਕਾਰ ਹੋਣਾ ਜਾਂ ਰਾਜ ਹੋਣਾ ਇਸ ਦਾ ਮਤਲਬ ਕੀ ਹੈ। when you have dominion, ਜੇ ਤੁਹਾਡੇ ਕੋਲ ਰਾਜ ਕਰਨ ਦੀ you are ਸਾਮਰਥ ਹੈ like a small God ਤਾਂ ਤੁਸੀਂ ਇੱਕ ਛੋਟੇ ਪਰਮੇਸ਼ਰ ਦੀ ਤਰ੍ਹਾਂ ਬਣ Why? ਜਾਂਦੇ ਹੋ। ਕਿਉਂ? because you can create anything out of nothing by Because- your words. ਕਿਉਂਕਿ ਤੁਸੀਂ ਆਪਣੇ ਵਚਨਾਂ ਨੂੰ ਇਸਤੇਮਾਲ ਕਰਕੇ, ਆਪਣੇ ਮੂੰਹ ਦੇ ਸ਼ਬਦ ਨੂੰ ਇਸਤੇਮਾਲ ਕਰਕੇ ਕੁਝ ਨਾ ਵਿੱਚੋਂ ਕੁਝ ਵੀ ਬਣਾ ਸਕਦੇ ਹੋ। All you need is just to have knowledge of those things. ਤੁਹਾਨੂੰ ਸਿਰਫ ਇਹਨਾਂ ਚੀਜ਼ਾਂ ਦੀ ਸਮਝ ਹੋਣੀ ਚਾਹੀਦੀ ਹੈ। You just need to know that there is a visa. ਤੁਹਾਨੂੰ ਸਿਰਫ ਇਸ ਚੀਜ਼ ਨੂੰ ਜਾਣਨ ਦੀ ਲੋੜ ਹੈ ਕਿ ਇੱਥੇ ਇੱਕ You ਵੀਜ਼ਾ just ਹੈ। need to know that there is a job. ਤੁਹਾਨੂੰ ਸਿਰਫ ਇਹ ਚੀਜ਼ ਜਾਣਨ ਦੀ ਲੋੜ ਹੈ ਕਿ ਇੱਥੇ ਇੱਕ ਜੌਬ ਹੈ। You just need to know that there is something called marriage. ਤੁਹਾਨੂੰ ਇਸ ਚੀਜ਼ ਨੂੰ ਜਾਣਨ ਦੀ ਲੋੜ ਹੈ ਕਿ ਇੱਥੇ ਵਿਆਹ ਨਾਮ ਦੀ ਇੱਕ ਚੀਜ਼ ਹੈਗੀ ਹੈ। You just need to know that there is money. ਤੁਹਾਨੂੰ ਸਿਰਫ ਇਹ ਚੀਜ਼ ਜਾਣਨ ਦੀ ਲੋੜ ਹੈ ਕਿ ਇੱਥੇ ਪੈਸੇ ਨਾਮ ਦੀ ਕੋਈ ਚੀਜ਼ ਵੀ Once ਹੈਗੀ you know about it, ਹੈ। ਇੱਕ ਵਾਰ ਤੇ ਤੁਹਾਨੂੰ ਉਹਦੇ ਬਾਰੇ ਪਤਾ ਲੱਗ ਗਿਆ, dominate over it. ਉਹਦੇ ਉੱਪਰ ਅਧਿਕਾਰ ਜਮਾ ਲਓ, Dominate over it. ਉਹਦੇ ਉੱਪਰ ਅਧਿਕਾਰ ਜਮਾ Have power over it. ਉਹਦੇ ਉੱਪਰ ਅਧਿਕਾਰ ਜਮਾ ਲਓ, ਰਾਜ ਕਰੋ ਉਹਦੇ ਉੱਪਰ। That's the reason why money should never control you, but you must control money. ਇਹੀ ਕਾਰਨ ਹੈ ਕਿਉਂ ਕਦੇ ਵੀ ਪੈਸਾ ਤੁਹਾਨੂੰ ਕੰਟਰੋਲ ਨਾ ਕਰੇ, ਪਰ ਹਮੇਸ਼ਾ ਤੁਸੀਂ ਪੈਸੇ ਨੂੰ ਕੰਟਰੋਲ ਕਰੋ। Because money was never given power to control anybody. ਕਿਉਂਕਿ ਪੈਸੇ ਨੂੰ ਕਦੀ ਵੀ ਪਾਵਰ ਨਹੀਂ ਦਿੱਤੀ ਗਈ ਕਿ ਕਿਸੇ ਚੀਜ਼ ਨੂੰ ਕੰਟਰੋਲ ਕਰੇ, But you were given power to control everything. ਪਰ ਤੁਹਾਨੂੰ ਪਾਵਰ ਦਿੱਤੀ ਗਈ ਕਿ ਤੁਸੀਂ ਹਰ ਇੱਕ ਚੀਜ਼ ਨੂੰ ਕੰਟਰੋਲ ਕਰੋ। Some of you live a life of being controlled by money. ਤੁਹਾਡੇ ਵਿੱਚੋਂ ਕੁਝ ਲੋਕ ਐਸੀ ਜ਼ਿੰਦਗੀ ਜਿਉਂਦੇ ਨੇ ਕਿ ਤੁਹਾਨੂੰ ਪੈਸਾ ਕੰਟਰੋਲ ਕਰਦਾ ਹੈ। Everything that you plan to do, you'll be checking on your bank account. ਤੁਸੀਂ ਜੋ ਵੀ ਕਰਨਾ ਸੋਚਦੇ ਤੁਸੀਂ ਪਹਿਲਾਂ ਆਪਣਾ ਬੈਂਕ ਅਕਾਊਂਟ ਚੈੱਕ I ਕਰਦੇ ਹੋ। can't do this because my bank account is low. ਤੁਸੀਂ ਕਹਿੰਦੇ ਹੋ ਕਿ ਮੈਂ ਇਹ ਨਹੀਂ ਕਰ ਸਕਦਾ ਕਿਉਂਕਿ ਮੇਰਾ ਬੈਂਕ ਅਕਾਊਂਟ ਬਹੁਤ ਘੱਟ ਹੈ। I can't do that because I don't have this. ਤੁਸੀਂ ਕਹਿੰਦੇ ਮੈਂ ਇਹ ਨਹੀਂ ਕਰ ਸਕਦਾ ਕਿਉਂਕਿ ਮੇਰੇ ਕੋਲ ਆ ਨਹੀਂ ਹੈਗਾ। When you are that kind of a Christian, ਜੇ ਤੁਸੀਂ ਇਸ ਤਰੀਕੇ ਦੇ ਕ੍ਰਿਸਚੀਅਨ ਹੋ you are very far from achieving ਤਾਂ ਤੁਸੀਂ ਫਿਰ ਕੁਝ ਪਾਉਣ ਤੋਂ ਬਹੁਤ ਦੂਰ ਹੋ, because you don't know who you are. ਕਿਉਂਕਿ ਤੁਸੀਂ ਨਹੀਂ ਜਾਣਦੇ ਕਿ ਤੁਸੀਂ ਕੌਣ ਹੋ। If you are a child of God, ਜੇ ਤੁਸੀਂ ਪਰਮੇਸ਼ਰ ਦੀ ਸੰਤਾਨ ਹੋ you don't check on the shortcomings, ਤਾਂ ਫਿਰ ਤੁਸੀਂ ਕਮੀਆਂ ਵੱਲ ਨਹੀਂ ਵੇਖਦੇ, but you check on that which was given by you by God, ਪਰ ਤੁਸੀਂ ਉਸ ਚੀਜ਼ ਵੱਲ ਦੇਖਦੇ ਹੋ ਜੋ ਚੀਜ਼ ਤੁਹਾਨੂੰ ਪ੍ਰਭੂ ਦੁਆਰਾ ਦਿੱਤੀ ਗਈ ਹੈ, which is power. ਜੋ ਕਿ ਪਾਵਰ ਹੈ। Tell your neighbor power. ਆਪਣੇ ਗੁਆਂਢੀ ਨੂੰ ਕਹੋ ਪਾਵਰ, Tell your neighbor power. ਆਪਣੇ ਗੁਆਂਢੀ ਨੂੰ ਕਹੋ ਪਾਵਰ, Tell your neighbor power. ਆਪਣੇ ਗੁਆਂਢੀ ਨੂੰ ਕਹੋ ਪਾਵਰ, Tell your neighbor power. ਆਪਣੇ ਗੁਆਂਢੀ ਨੂੰ ਕਹੋ ਪਾਵਰ। Some of you will have to be controlled by things in life. ਤੁਹਾਡੇ ਵਿੱਚ ਕਈਆਂ ਨੂੰ ਇਹ ਜੋ ਸਰੀਰਕ ਚੀਜ਼ਾਂ ਨੇ ਉਹਦੇ ਦੁਆਰਾ ਕੰਟਰੋਲ ਹੋਣਾ ਬਹੁਤ ਚੰਗਾ ਲੱਗਦਾ ਹੈ। Man of God, what shall I do? ਕਹਿੰਦੇ ਨੇ ਪ੍ਰਭੂ ਦੇ ਦਾਸ ਮੈਂ ਕੀ ਕਰਾਂ, My husband is giving me problems. ਮੇਰਾ ਹਸਬੰਡ ਮੈਨੂੰ ਪ੍ਰੋਬਲਮਸ ਦੇ ਰਿਹਾ ਹੈ। Man of God, what shall I do? ਪ੍ਰਭੂ ਦੇ ਦਾਸ ਮੈਂ ਕੀ ਕਰਾਂ, I'm facing challenges in my business. ਮੈਂ ਆਪਣੇ ਬਿਜ਼ਨਸ 'ਚ ਬਹੁਤ ਸਾਰੀ ਮੁਸੀਬਤਾਂ ਚੈਲੰਜਸ ਦੇਖ You ਰਿਹਾ। don't know who you are. ਤੁਸੀਂ ਨਹੀਂ ਜਾਣਦੇ ਕਿ ਤੁਸੀਂ ਕੌਣ ਹੋ। If you know what you were given when you were created, ਜੇ ਤੁਸੀਂ ਜਾਣਦੇ ਹੁੰਦੇ ਕਿ ਜਦ ਤੁਸੀਂ ਬਣਾਏ ਗਏ ਹੋ ਉਸ ਟਾਈਮ ਤੁਹਾਨੂੰ ਕੀ ਦਿੱਤਾ ਗਿਆ ਸੀ, you will never complain, ਤੁਸੀਂ ਕਦੀ ਸ਼ਿਕਾਇਤ ਨਾ ਕਰੋ, but you use it. ਪਰ ਤੁਸੀਂ ਉਸ ਚੀਜ਼ ਤੋਂ ਇਸਤੇਮਾਲ ਕਰੋ ਜੋ ਤੁਹਾਨੂੰ ਦਿੱਤੀ ਗਈ ਹੈ। All that you need ਜੋ ਤੁਹਾਨੂੰ ਚਾਹੀਦਾ ਹੈ is to use the power given unto you. ਉਹ ਸਿਰਫ ਉਹੀ ਹੈ ਕਿ ਤੁਸੀਂ ਉਸ ਪਾਵਰ ਨੂੰ ਇਸਤੇਮਾਲ ਕਰਨਾ ਜੋ ਪਾਵਰ ਤੁਹਾਨੂੰ ਦਿੱਤੀ ਗਈ ਹੈ। Somebody say hallelujah. ਹਾਲੇਲੂਇਆ। How many of you believe that you were given power? ਕਿੰਨੇ ਲੋਕ ਵਿਸ਼ਵਾਸ ਕਰਦੇ ਨੇ ਕਿ ਤੁਹਾਨੂੰ ਪਾਵਰ ਦਿੱਤੀ ਗਈ ਹੈ?
The power is in you. Tell your neighbor, Yes. power is in you. ਆਪਣੇ ਗੁਆਂਢੀ ਨੂੰ ਕਹੋ ਕਿ ਪਾਵਰ ਤੁਹਾਡੇ ਅੰਦਰ ਹੈ। Say, power is in you. ਕਹੋ ਪਾਵਰ ਤੁਹਾਡੇ ਅੰਦਰ ਹੈ। So you have to confess it. ਤੇ ਤੁਸੀਂ ਇਸ ਦਾ ਅੰਗੀਕਾਰ ਕਰਨਾ ਹੈ। ਯੈਸ, Because that's what the Bible says. ਕਿਉਂਕਿ ਇਹੀ ਬਾਈਬਲ ਕਹਿੰਦੀ ਹੈ You are given power ਕਿ ਤੁਹਾਨੂੰ ਪਾਵਰ ਦਿੱਤੀ ਗਈ over ਹੈ all situations and circumstances. ਹਰ ਇੱਕ ਹਾਲਾਤ ਦੇ ਉੱਪਰ। What does that mean? ਇਸ ਦਾ ਕੀ ਮਤਲਬ ਹੈ? It means you can change any problem by yourself. ਇਹਦਾ ਮਤਲਬ ਤੁਸੀਂ ਕੋਈ ਵੀ ਪਰੇਸ਼ਾਨੀ ਨੂੰ ਬਦਲ ਸਕਦੇ ਹੋ ਖੁਦ। You can change any situation by yourself. ਤੁਸੀਂ ਕੋਈ ਵੀ ਹਾਲਾਤ ਨੂੰ ਬਦਲ ਸਕਦੇ ਹੋ ਖੁਦ। What matters ਕੀ ਚੀਜ਼ ਮੈਟਰ is ਮਾਇਨੇ the ਰੱਖਦੀ ਹੈ? knowledge only. ਕਿ ਕਿੰਨਾ ਤੁਹਾਨੂੰ ਕੀ ਗਿਆਨ ਹੈ, ਕਿੰਨਾ ਕੁ ਗਿਆਨ ਹੈ। Somebody say power. ਸਾਰੇ ਕੋ ਪਾਵਰ। So we used to preach and say, you need power, you need power, you need power. That is wrong preaching. ਅਸੀਂ ਹਮੇਸ਼ਾ ਪ੍ਰੀਚ ਕਰਦੇ ਸੀ ਤੇ ਕਹਿੰਦੇ ਸੀ ਕਿ ਤੁਹਾਨੂੰ ਪਾਵਰ ਦੀ ਲੋੜ ਹੈ, ਤੁਹਾਨੂੰ ਪਾਵਰ ਦੀ ਲੋੜ ਹੈ। You don't need power. ਇੱਕ ਗਲਤ ਪ੍ਰੀਚਿੰਗ ਸੀ। ਤੁਹਾਨੂੰ ਪਾਵਰ ਦੀ ਲੋੜ ਨਹੀਂ ਹੈ। You already have power when you were created by God. ਜਦ ਤੁਸੀਂ ਬਣਾਏ ਗਏ ਸੀ ਤੁਹਾਡੇ ਅੰਦਰ ਉਦੋਂ ਤੋਂ ਹੀ ਪਾਵਰ ਹੈ। ਤੁਹਾਨੂੰ ਪਾਵਰ ਦੀ ਲੋੜ ਨਹੀਂ ਹੈ ਬਾਹਰੋਂ ਕਿ ਤੁਹਾਡੇ ਅੰਦਰ ਆਵੇ। ਤੁਹਾਡੇ ਅੰਦਰ ਆਲਰੇਡੀ ਪਾਵਰ ਹੈ। All that is needed by you is to understand how to use the power in you. ਬਸ ਕਿਸ ਚੀਜ਼ ਦੀ ਲੋੜ ਹੈ ਉਹ ਇਹ ਹੈ ਕਿ ਤੁਹਾਡੇ ਅੰਦਰ ਸਮਝ ਹੋਣੀ ਚਾਹੀਦੀ ਕਿ ਤੁਸੀਂ ਉਸ ਪਾਵਰ ਨੂੰ ਜੋ ਤੁਹਾਡੇ ਅੰਦਰ ਤੁਸੀਂ ਉਸ ਨੂੰ ਇਸਤੇਮਾਲ ਕਿੱਦਾਂ ਕਰਨਾ, ਉਸ ਨੂੰ ਯੂਜ਼ ਕਿੱਦਾਂ ਕਰਨਾ ਹੈ। My brother, ਮੇਰੇ ਭਰਾਵੋ, you are given power over the things that you don't have in your house. ਜੋ ਚੀਜ਼ਾਂ ਤੁਹਾਡੇ ਘਰਾਂ 'ਚ ਨਹੀਂ ਹੈ ਤੁਹਾਨੂੰ ਉਹਨਾਂ ਚੀਜ਼ਾਂ ਦੇ ਉੱਪਰ ਪਰਮੇਸ਼ਵਰ ਦੁਆਰਾ ਪਾਵਰ ਦਿੱਤੀ ਗਈ ਹੈ। You are given power over those things that you desire in your life. ਜੋ ਚੀਜ਼ਾਂ ਤੁਸੀਂ ਆਪਣੀ ਜ਼ਿੰਦਗੀ 'ਚ ਚਾਹੁੰਦੇ ਹੋ, ਜਿੰਦੇ ਤੁਸੀਂ ਇੱਛਾ ਕਰਦੇ ਹੋ, ਜੋ ਤੁਹਾਡੇ ਮਨੋਰਥ ਨੇ, ਤੁਹਾਨੂੰ ਉਹਨਾਂ ਚੀਜ਼ਾਂ ਉੱਪਰ ਪਰਮੇਸ਼ਵਰ ਨੇ ਪਾਵਰ ਦਿੱਤੀ ਹੋਈ ਹੈ। Whether you have them or you don't have them, ਚਾਹੇ ਤੁਹਾਡੇ ਕੋਲ ਉਹ ਹੈ ਚਾਹੇ ਨਹੀਂ ਹੈ, you are given power over them. ਤੁਹਾਨੂੰ ਉਸ ਦੇ ਉੱਪਰ ਪਾਵਰ ਦਿੱਤੀ So ਗਈ ਹੈ। no, if you are given power over everything, ਜੇ ਤੁਹਾਨੂੰ ਹਰ ਇੱਕ ਚੀਜ਼ ਉੱਪਰ ਪਾਵਰ ਦਿੱਤੀ ਗਈ ਹੈ, it's your decision now on what things will come in your life. ਹੁਣ ਤੁਹਾਡਾ ਫੈਸਲਾ ਕਿ ਕਿਹੜੀ ਚੀਜ਼ਾਂ ਤੁਹਾਡੀ ਲਾਈਫ 'ਚ ਆਉਣਗੀਆਂ। You decide by yourself. ਤੁਸੀਂ ਖੁਦ ਇਸ ਨੂੰ ਡਿਸਾਈਡ ਕਰਨਾ ਹੈ। Buying a car, ਇੱਕ ਗੱਡੀ ਨੂੰ ਖਰੀਦਣਾ it is your decision. ਇਹ ਤੁਹਾਡਾ ਫੈਸਲਾ ਹੈ। You are given that power to purchase it. ਤੁਹਾਨੂੰ ਉਹ ਪਾਵਰ ਦਿੱਤੀ ਗਈ ਕਿ ਤੁਸੀਂ ਉਸ ਗੱਡੀ ਨੂੰ ਲੈ ਸਕਦੇ ਹੋ। Having a house ਘਰ ਨੂੰ ਲੈਣਾ is now a matter of choice. ਇਹ ਹੁਣ ਤੁਹਾਡਾ ਖੁਦ ਦਾ ਫੈਸਲਾ, ਤੁਹਾਡੀ ਖੁਦ ਦੀ ਚੋਇਸ ਹੈ। Because you were given that power to purchase it. ਕਿਉਂਕਿ ਤੁਹਾਡੇ ਅੰਦਰ ਤਾਂ ਪਾਵਰ ਪਾ ਦਿੱਤੀ ਗਈ ਕਿ ਤੁਸੀਂ ਉਸ ਘਰ ਨੂੰ ਲੈ ਸਕਦੇ ਹੋ। All that you need is to unlock that power. Unlock it. ਤੁਹਾਨੂੰ ਜੋ ਚਾਹੀਦਾ ਉਹ ਸਿਰਫ ਇਹ ਕਿ ਤੁਸੀਂ ਉਸ ਪਾਵਰ ਨੂੰ ਖੋਲਣਾ ਹੈ। See how powerful the power in you is. ਦੇਖੋ ਕਿ ਕਿੰਨੀ ਜ਼ਿਆਦਾ ਪਾਵਰਫੁਲ ਉਹ ਪਾਵਰ ਜੋ ਤੁਹਾਡੇ ਅੰਦਰ ਹੈ ਉਹ ਹੈ। Somebody say, I have power. ਸਾਰੇ ਕਹੋ ਕਿ ਮੇਰੇ ਕੋਲ ਪਾਵਰ ਹੈ। So this power ਇਹ ਵਾਲੀ ਜੋ ਪਾਵਰ is ਹੈ overall power. ਇਹ ਸਭਨਾਂ ਦੇ ਉੱਪਰ ਹੈ। It dominates in every aspect of life. ਇਹ ਜ਼ਿੰਦਗੀ ਦੇ ਹਰ ਇੱਕ ਖੇਤਰ ਦੇ ਉੱਪਰ ਹੈ, ਉਸ ਉੱਪਰ ਰਾਜ Physically, ਕਰਦੀ ਹੈ। ਚਾਹੇ physically. ਸਰੀਰਕ ਹੋਵੇ Spiritually, ਚਾਹੇ ਆਤਮਿਕ ਹੋਵੇ, it dominates. ਇਹ ਹਰ ਇੱਕ ਉੱਪਰ ਰਾਜ ਕਰਦੀ ਹੈ। With that power that you were given, ਹੁਣ ਜੋ ਪਾਵਰ ਤੁਹਾਨੂੰ ਦਿੱਤੀ ਗਈ ਉਸ ਪਾਵਰ ਦੇ ਨਾਲ there is no demon that can touch you. ਕੋਈ ਦੁਸ਼ਟ ਤੁਹਾਨੂੰ ਛੂ ਨਹੀਂ ਸਕਦਾ। The reason why demons play around with your life, ਕੀ ਕਾਰਨ ਹੈ ਕਿ ਕਿਉਂ ਦੁਸ਼ਟ ਆਤਮੇ ਤੁਹਾਡੀ ਜ਼ਿੰਦਗੀ ਦੇ ਨਾਲ ਖਿਲਵਾੜ ਕਰਦੇ ਨੇ, it ਖੇਡਦੇ ਨੇ? is not lack of deliverance. ਉਹ ਛੁਟਕਾਰੇ ਦੀ ਕਮੀ ਨਹੀਂ ਹੈ, It is lack of knowledge of what you carry. ਉਹ ਸਿਰਫ ਤੁਹਾਡੇ ਗਿਆਨ ਦੀ ਕਮੀ ਕਰਕੇ ਇਦਾਂ ਹੁੰਦਾ ਕਿ ਤੁਸੀਂ ਕੀ ਕੀ ਕਰ ਸਕਦੇ ਹੋ, ਤੁਹਾਡੇ ਕੋਲ ਇਸ ਚੀਜ਼ ਦਾ ਗਿਆਨ ਨਹੀਂ ਹੈਗਾ। You just don't know what you carry. ਤੁਸੀਂ ਨਹੀਂ ਜਾਣਦੇ ਕਿ ਤੁਹਾਡੇ ਅੰਦਰ ਕੀ ਹੈ। You carry power, my brother. ਮੇਰੇ ਭਰਾਵੋ, ਤੁਹਾਡੇ ਅੰਦਰ ਪਾਵਰ ਹੈ। So the devil dominates in your life ਇੱਕ ਸ਼ੈਤਾਨ ਤੁਹਾਡੀ ਜ਼ਿੰਦਗੀ 'ਚ ਅਧਿਕਾਰ ਜਮਾ ਲੈਂਦਾ ਹੈ through lack of knowledge. ਸਿਰਫ ਕਿਉਂਕਿ ਤੁਹਾਡੇ ਅੰਦਰ ਗਿਆਨ ਦੀ ਕਮੀ ਹੈ, ਉਸ ਕਰਕੇ। When God has given you power ਤੇ ਪ੍ਰਭੂ ਨੇ ਤੁਹਾਨੂੰ ਪਾਵਰ ਦਿੱਤੀ ਹੈ and you don't know that you have ਔਰ power, ਤੁਸੀਂ ਨਹੀਂ ਜਾਣਦੇ ਕਿ ਤੁਹਾਡੇ ਅੰਦਰ ਪਾਵਰ ਹੈ, the devil dominates in your life ਤਾਂ ਫਿਰ ਸ਼ੈਤਾਨ ਤੁਹਾਡੀ ਜ਼ਿੰਦਗੀ ਉੱਪਰ ਅਧਿਕਾਰ ਜਮਾ ਲੈਂਦਾ and ਹੈ you suffer in your life. ਔਰ ਤੁਸੀਂ ਆਪਣੀ ਜ਼ਿੰਦਗੀ 'ਚ ਦੁੱਖ ਦੇਖਦੇ ਹੋ। Somebody say hallelujah. ਹਾਲੇਲੂਇਆ, Somebody say hallelujah. ਹਾਲੇਲੂਇਆ। Tell your neighbor power. ਆਪਣੇ ਗੁਆਂਢੀ ਨੂੰ ਕਹੋ ਪਾਵਰ, You have power. ਤੁਹਾਡੇ ਕੋਲ ਪਾਵਰ ਹੈ। So all that you need is knowledge. ਹੁਣ ਜਿਸ ਚੀਜ਼ ਦੀ ਤੁਹਾਨੂੰ ਲੋੜ ਹੈ ਉਹ ਸਿਰਫ ਗਿਆਨ ਹੈ। That's why you see the Bible says ਇਸੇ ਕਰਕੇ ਬਾਈਬਲ ਕਹਿੰਦੀ ਹੈ an idle mind ਕਿ ਇੱਕ ਜੋ ਵਿਹਲਾ ਮਨ ਹੈ is the devil's workshop. ਉਹ ਸ਼ੈਤਾਨ ਦਾ ਘਰ ਹੈ। ਵਿਹਲਾ ਮਨ ਸ਼ੈਤਾਨ ਦਾ ਘਰ ਹੈ, ਬਾਈਬਲ 'ਚ ਲਿਖਿਆ। When your mind is idle, ਜਦ ਤੁਹਾਡਾ ਮਨ ਵਿਹਲਾ ਹੈ you are the playing ground of demons. ਤਾਂ ਤੁਸੀਂ ਦੁਸ਼ਟ ਆਤਮੇ ਦੇ ਲਈ ਇੱਕ ਖੇਡ ਦਾ ਮੈਦਾਨ ਬਣ ਜਾਂਦੇ ਹੋ। You know that you can be educated and have degrees and diplomas ਤੁਹਾਨੂੰ and yet you don't have knowledge. ਤੁਹਾਨੂੰ ਪਤਾ ਇਸ ਤਰੀਕੇ ਨਾਲ ਵੀ ਹੋ ਸਕਦਾ ਕਿ ਤੁਹਾਡੇ ਕੋਲ ਪੜ੍ਹਾਈ ਲਿਖਾਈ ਹੋਵੇ, ਤੁਸੀਂ ਪੜ੍ਹੇ ਲਿਖੇ ਹੋਵੋ, ਡਿਗਰੀਜ਼ ਹੋਣ, ਡਿਪਲੋਮਾ ਹੋਣ, ਪਰ ਫਿਰ ਵੀ ਤੁਹਾਡੇ ਕੋਲ ਗਿਆਨ ਨਾ ਹੋਵੇ। When we are talking about knowledge, ਜੇ ਅਸੀਂ ਗਿਆਨ ਦੀ ਗੱਲ ਕਰ ਰਹੇ ਹਾਂ we are talking about the heavenly knowledge. ਤਾਂ ਅਸੀਂ ਸਵਰਗੀ ਗਿਆਨ ਦੀ ਗੱਲ ਕਰ ਰਹੇ ਹਾਂ, Understanding the principles of God, ਪਰਮੇਸ਼ਵਰ ਦੇ ਸਿਧਾਂਤਾਂ ਨੂੰ ਸਮਝਣ ਦੀ ਗੱਲ ਕਰ ਰਹੇ ਹਾਂ, knowledge of God.
God, ਪਰਮੇਸ਼ਵਰ ਦੀ ਨੌਲੇਜ ਦੀ ਗੱਲ ਕਰ ਰਹੇ knowledge of Jesus Christ, ਯਿਸੂ ਮਸੀਹ ਦੀ ਨੌਲੇਜ ਦੀ ਗੱਲ ਕਰ ਰਹੇ ਹਾਂ knowledge of the scriptures, ਵਚਨਾਂ ਦੀ ਨੌਲੇਜ ਦੀ ਗੱਲ ਕਰ ਰਹੇ ਹਾਂ ਗਿਆਨ ਦੀ ਗੱਲ ਕਰ ਰਹੇ understanding their true meaning. ਹਾਂ ਵਚਨਾਂ ਦੇ ਅਸਲ ਮੀਨਿੰਗ ਨੂੰ ਅਸਲ ਮਤਲਬ ਨੂੰ ਸਮਝਣ ਦੀ ਗੱਲ ਕਰ ਰਹੇ ਹਾਂ That's knowledge. ਇਹ ਹੈ ਇਹ ਗਿਆਨ All of us were given power. ਸਾਨੂੰ ਸਾਰਿਆਂ ਨੂੰ ਪਾਵਰ ਦਿੱਤੀ ਗਈ ਹੈ But what I have, you don't have. ਪਰ ਜੋ ਮੇਰੇ ਕੋਲ ਹੈ ਤੁਹਾਡੇ ਕੋਲ ਨਹੀਂ ਹੈ What you have, I don't have. ਜੋ ਤੁਹਾਡੇ ਕੋਲ ਹੈ ਮੇਰੇ ਕੋਲ ਨਹੀਂ ਹੈ Now, we are different now because of the understanding of the knowledge of God that we have. ਹੁਣ ਅਸੀਂ ਸਭ ਜਨ ਅਲੱਗ ਕਿਉਂ ਆ ਉਹ ਸਮਝ ਦੇ ਕਰਕੇ ਜੋ ਸਮਝ ਸਾਡੇ ਕੋਲ ਹੈ ਪ੍ਰਭੂ ਦੇ ਪ੍ਰਤੀ Somebody say power. ਸਾਰੇ ਕੋਲ ਪਾਵਰ Somebody say power. ਸਾਰੇ ਕੋਲ ਪਾਵਰ I prophesy upon your life. ਮੈਂ ਤੁਹਾਡੀ ਜ਼ਿੰਦਗੀ ਉੱਪਰ ਭਵਿੱਖਬਾਣੀ ਕਰਦਾ As you leave this place today, ਜਿੱਦਾਂ ਕਿ ਤੁਸੀਂ ਅੱਜ ਇਸ ਜਗ੍ਹਾ ਨੂੰ ਛੱਡ ਕੇ ਜਾਓਗੇ whatever that you are praying for, ਤੁਸੀਂ ਜਿਸ ਚੀਜ਼ ਲਈ ਵੀ ਪ੍ਰਾਰਥਨਾ ਕਰ ਰਹੇ ਹੋ you must receive it in Jesus' ਤੁਸੀਂ name. ਉਸ ਨੂੰ ਗ੍ਰਹਿਣ ਕਰੋਗੇ ਯਿਸੂ ਦੇ ਨਾਮ 'ਚ ਆਮੀਨ Because you were given power over it. ਕਿਉਂਕਿ ਤੁਹਾਨੂੰ ਉਸ ਦੇ ਉੱਪਰ ਪਾਵਰ ਦਿੱਤੀ ਗਈ ਹੈ So by just opening your mouth, ਇਸ ਕਰਕੇ ਸਿਰਫ ਉਸ ਆਪਣੇ ਮੂੰਹ ਨੂੰ ਖੋਲਣ ਦੇ ਦੁਆਰਾ you command it to come in your life. ਤੁਸੀਂ ਉਸ ਤੋਂ ਆਪਣੀ ਜ਼ਿੰਦਗੀ 'ਚ ਲੈ ਆਉਂਦੇ ਹੋ By just opening your mouth, ਸਿਰਫ ਆਪਣੇ ਮੂੰਹ ਨੂੰ ਖੋਲਣ ਦੇ you ਦੁਆਰਾ command it to come in your life because you carry authority to command. ਤੁਸੀਂ ਉਸ ਤੋਂ ਆਪਣੀ ਜ਼ਿੰਦਗੀ 'ਚ ਲੈ ਆਉਂਦੇ ਹੋ ਕਿਉਂਕਿ ਤੁਹਾਡੇ ਕੋਲ ਉਹ ਅਧਿਕਾਰ ਹੈ ਕਿ ਤੁਸੀਂ ਉਸ ਤੋਂ ਆਪਣੀ ਜ਼ਿੰਦਗੀ 'ਚ ਲੈ ਕੇ ਆ ਸਕਦੇ ਹੋ ਯੈਸ That's why you see that a closed mouth is a closed destiny. ਇਸੇ ਕਰਕੇ ਇੱਕ ਬੰਦ ਮੂੰਹ ਇੱਕ ਬੰਦ ਮੰਜ਼ਿਲ ਦੀ ਨਿਸ਼ਾਨੀ ਹੈ When your mouth is closed, ਜੇ ਤੁਹਾਡਾ ਮੂੰਹ ਬੰਦ ਹੈ your destiny is closed. ਤੁਹਾਡੀ ਮੰਜ਼ਿਲ ਵੀ ਬੰਦ ਹੈ But when your mouth is open, ਪਰ ਜੇ ਤੁਹਾਡਾ ਮੂੰਹ ਖੁੱਲ੍ਹਾ ਹੈ you command using the authority that you're given by God. ਤਾਂ ਫਿਰ ਤੁਸੀਂ ਉਸ ਅਧਿਕਾਰ ਨੂੰ ਇਸਤੇਮਾਲ ਕਰਕੇ ਜੋ ਪ੍ਰਭੂ ਨੇ ਤੁਹਾਨੂੰ ਦਿੱਤਾ ਤੁਸੀਂ ਕਮਾਂਡ ਕਰਦੇ ਹੋ ਆਗਿਆ ਦਿੰਦੇ ਹੋ Then your testimony will ਔਰ appear. ਫਿਰ ਤੁਹਾਡੀ ਗਵਾਹੀ ਆਉਂਦੀ ਹੈ ਯੈਸ Jesus said in the Bible, ਯਿਸੂ ਮਸੀਹ ਨੇ ਬਾਈਬਲ 'ਚ ਕਿਹਾ seek and you shall find. ਲੱਭੋ ਤਾਂ ਤੁਹਾਨੂੰ ਮਿਲੇਗਾ Knock and it shall be opened for you. ਖਟਖਟਾਓ ਤਾਂ ਤੁਹਾਡੇ ਲਈ ਖੋਲ੍ਹਿਆ ਜਾਏਗਾ Ask and it shall be given unto you. ਮੰਗੋ ਤਾਂ ਤੁਹਾਨੂੰ ਦਿੱਤਾ ਜਾਏਗਾ Ask. ਮੰਗੋ How do you ask? Can you ask when you are silent? ਕੀ ਤੁਸੀਂ ਚੁੱਪ ਕਰਕੇ ਮੂੰਹ ਬੰਦ ਕਰਕੇ ਮੰਗ ਸਕਦੇ ਹੋ ਕਿਸੇ If I ਤੋਂ want money from you, can I just come and do like this? ਜੇ ਮੈਨੂੰ ਤੁਹਾਡੇ ਕੋਲ ਪੈਸਾ ਚਾਹੀਦਾ ਤਾਂ ਕੀ ਮੈਂ ਤੁਹਾਡੇ ਸਾਹਮਣੇ ਆਣ ਕੇ ਬਸ ਇੱਦਾਂ ਖਲੋ ਜਾਵਾਂਗਾ I'm silent like this, then you give me money. ਬਸ ਮੈਂ ਆ ਕੇ ਤੁਹਾਡੇ ਸਾਹਮਣੇ ਜੇ ਮੈਨੂੰ ਪੈਸੇ ਦੀ ਲੋੜ ਹੈ ਤੇ ਮੈਂ ਤੁਹਾਡੇ ਕੋਲ ਆ ਕੇ ਚੁੱਪ ਕਰਕੇ ਆਇਆ ਖਲੋ ਗਿਆ ਤਾਂ ਕੀ ਤੁਸੀਂ ਮੈਨੂੰ ਆਪਣੇ ਆਪ ਪੈਸਾ ਦੇ ਦੋਗੇ Is that possible? ਨਹੀਂ ਇਹ ਸੰਭਵ ਨਹੀਂ ਹੈ No. ਨਹੀਂ You want a job, ਤਾਂ ਜੇ ਤੁਹਾਨੂੰ ਕਿਸੇ ਕੰਮ ਦੀ ਲੋੜ ਹੈ you go into a company, you sit on the chair, you look at them like this. ਤੁਸੀਂ ਜਾ ਕੇ ਕੰਪਨੀ ਕੋਲ ਇੰਟਰਵਿਊ ਕਰਨ ਗਏ ਤੇ ਜਾ ਕੇ ਉੱਥੇ ਇੰਟਰਵਿਊ ਦੇ ਵਿੱਚ ਜਾ ਕੇ ਬਸ ਇਦਾਂ ਉਹਦੇ ਮੂੰਹ ਸਾਹਮਣੇ ਇਦਾਂ ਬਹਿ ਕੇ ਜਾ ਕੇ ਕੁਝ ਬੋਲਿਆ ਨਹੀਂ You have to speak. ਤੁਹਾਨੂੰ ਉੱਥੇ ਬੋਲਣਾ ਪਏਗਾ Ask anything in my name shall be given unto ਪ੍ਰਭੂ ਨੇ ਕਿਹਾ ਮੇਰੇ ਨਾਮ 'ਚ ਮੈਥੋਂ ਕੁਝ ਵੀ ਮੰਗ ਤਾਂ ਤੈਨੂੰ ਦਿੱਤਾ ਜਾਏਗਾ you. There is power in your mouth. ਤੁਹਾਡੇ ਮੂੰਹ ਦੇ ਅੰਦਰ ਪਾਵਰ ਹੈ There's power in your spirit. ਤੁਹਾਡੇ ਆਤਮਾ ਅੰਦਰ ਪਾਵਰ ਹੈ You were given that power in your creation time. ਤੁਹਾਨੂੰ ਉਹ ਪਾਵਰ ਸ੍ਰਿਸ਼ਟੀ ਦੇ ਸਮੇਂ ਦਿੱਤੀ ਗਈ ਸੀ Use it by the command of your mouth. ਤੁਸੀਂ ਆਪਣੇ ਮੂੰਹ ਦੀ ਕਮਾਂਡ ਨੂੰ ਇਸਤੇਮਾਲ ਕਰਨਾ ਹੈ You were given dominion. ਤੁਹਾਨੂੰ ਰਾਜ ਕਰਨ ਦੀ ਸਮਰੱਥਾ ਦਿੱਤੀ Dominate in ਗਈ your ਹੈ life. ਤੁਸੀਂ ਆਪਣੀ ਜ਼ਿੰਦਗੀ 'ਚ ਰਾਜ ਕਰ ਸਕਦੇ ਹੋ Dominate in your business. ਆਪਣੇ ਬਿਜ਼ਨਸ 'ਚ ਰਾਜ ਕਰੋ Dominate in everything that you do. ਜੋ ਵੀ ਤੁਸੀਂ ਕਰਦੇ ਹੋ ਉਸ 'ਚ ਰਾਜ ਕਰੋ ਤੁਸੀਂ You have desires. ਤੁਹਾਡੇ ਕੁਝ ਮਨੋਰਥ ਨੇ Bring them in ਮਨੋਕਾਮਨਾਵਾਂ your ਨੇ। life through the power that is given unto you. ਉਹਨਾਂ ਮਨੋਕਾਮਨਾਵਾਂ ਨੂੰ ਉਹਨਾਂ ਮਨੋਰਥਾਂ ਨੂੰ ਤੁਸੀਂ ਆਪਣੀ ਜ਼ਿੰਦਗੀ 'ਚ ਉਸ ਪਾਵਰ ਦੇ ਦੁਆਰਾ ਲੈ ਕੇ ਆਓ ਜੋ ਪਾਵਰ ਤੁਹਾਨੂੰ ਪ੍ਰਭੂ ਨੇ ਦਿੱਤੀ ਹੈ Tell your neighbor power. ਆਪਣੇ ਗੁਆਂਢੀ ਨੂੰ ਕਹੋ ਪਾਵਰ What is it that you are lacking? ਤੁਹਾਨੂੰ ਕਿਸ ਚੀਜ਼ ਦੀ ਕਮੀ ਹੈ That which you are lacking, ਜਿਸ ਚੀਜ਼ ਦੀ ਤੁਹਾਨੂੰ ਕਮੀ you ਹੈ have power to bring it in your life. ਉਹ ਤੁਹਾਡੇ ਅੰਦਰ ਪਾਵਰ ਹੈ ਤੁਸੀਂ ਉਸ ਚੀਜ਼ ਨੂੰ So, ਆਪਣੀ ਜ਼ਿੰਦਗੀ 'ਚ ਲੈ ਕੇ ਆ this ਸਕਦੇ ਹੋ power is not only the power that brings, ਇਹ ਪਾਵਰ ਸਿਰਫ ਉਹੀ ਪਾਵਰ ਨਹੀਂ ਹੈ ਜੋ ਲੈ ਕੇ ਆਉਂਦੀ ਹੈ it is a power that chases away darkness. ਇਹ ਵੀ ਪਾਵਰ ਹੈ ਜੋ ਅੰਧਕਾਰ ਨੂੰ ਬਾਹਰ ਸੁੱਟ ਦਿੰਦੀ ਹੈ Because the dominion that you were given, ਕਿਉਂਕਿ ਜੋ ਅਧਿਕਾਰ ਤੁਹਾਨੂੰ ਦਿੱਤਾ ਗਿਆ ਹੈ, it is an authority over everything that came out of the hands of God. ਉਹ ਹਰ ਇੱਕ ਚੀਜ਼ ਦੇ ਉੱਪਰ ਰਾਜ ਹੈ ਅਧਿਕਾਰ ਰਾਜ ਕਰਨ ਦੇ ਸਾਮਰਥ ਹੈ ਜੋ ਕਿ ਪ੍ਰਭੂ ਨੇ ਬਣਾਈ ਸੀ Meaning to say that even demons, ਕਹਿਣ ਦਾ ਮਤਲਬ ਕਿ ਦੁਸ਼ਟ ਆਤਮੇ you ਵੀ have power over them. Why? ਦੁਸ਼ਟ ਆਤਮੇ ਉੱਪਰ ਵੀ ਤੁਹਾਡੇ ਕੋਲ ਪਾਵਰ ਹੈ They ਕਿਉਂ came from Lucifer, and Lucifer came from the hands of God. ਕਿਉਂਕਿ ਜਿਹੜੇ ਇਹ ਦੁਸ਼ਟ ਆਤਮੇ ਨੇ ਇਹ ਲੂਸੀਫਰ ਵੱਲੋਂ ਆਏ ਨੇ ਔਰ ਲੂਸੀਫਰ ਪ੍ਰਭੂ ਦੇ ਹੱਥਾਂ 'ਚੋਂ ਆਇਆ Are you seeing that? ਤੁਸੀਂ ਇਸ So ਨੂੰ ਦੇਖ ਰਹੇ ਹੋ when you are given that power, ਔਰ ਜਦੋਂ ਤੁਹਾਨੂੰ ਉਹ ਪਾਵਰ ਦਿੱਤੀ you are ਜਾਂਦੀ ਹੈ given power over every living thing, anything that was created by God, ਹਰ ਇੱਕ ਚੀਜ਼ 'ਚ ਪ੍ਰਭੂ ਨੇ ਬਣਾਈ ਤੁਹਾਨੂੰ ਉਸ ਦੇ ਉੱਪਰ ਪਾਵਰ ਦਿੱਤੀ ਗਈ ਹੈ ਪ੍ਰਭੂ ਦੁਆਰਾ which includes demons. ਔਰ ਉਹਦੇ ਵਿੱਚ ਦੁਸ਼ਟ ਆਤਮੇ ਵੀ ਆਉਂਦੇ ਨੇ But today you are here. ਪਰ ਅੱਜ ਤੁਸੀਂ ਇੱਥੇ ਹੋ How many demons are fighting over your life? ਕਿੰਨੇ ਦੁਸ਼ਟ ਆਤਮੇ ਤੁਹਾਡੀ ਜ਼ਿੰਦਗੀ ਨਾਲ ਲੜ ਰਹੇ ਨੇ How many sicknesses are attacking you? ਕਿੰਨੇ ਬਿਮਾਰੀਆਂ ਤੁਹਾਡੇ ਤੇ ਅਟੈਕ ਕਰ ਰਹੀਆਂ ਨੇ Why are you not using the power of your mouth? ਕਿਉਂ ਤੁਸੀਂ ਆਪਣੇ ਮੂੰਹ ਦੀ ਪਾਵਰ ਨੂੰ ਯੂਜ਼ ਨਹੀਂ ਕਰ How ਰਹੇ many situations and circumstances that are following you? ਕਿੰਨੇ ਹਾਲਾਤ ਕਿੰਨੀ ਪਰੇਸ਼ਾਨੀ ਤੁਹਾਡੇ ਪਿੱਛੇ ਪਿੱਛੇ ਚੱਲ ਰਹੀਆਂ ਨੇ Why are you not using the power given unto you? ਕਿਉਂ ਤੁਸੀਂ ਇਸ ਪਾਵਰ ਨੂੰ ਯੂਜ਼ ਨਹੀਂ ਕਰ ਰਹੇ ਜੋ ਤੁਹਾਨੂੰ ਦਿੱਤੀ ਗਈ ਹੈ
Now listen to me. ਹੁਣ ਮੈਨੂੰ ਸੁਣੋ, When you have a sickness, ਜੇ ਤੁਹਾਡੀ ਜ਼ਿੰਦਗੀ 'ਚ ਕੋਈ ਸਰੀਰ 'ਚ ਕੋਈ ਬਿਮਾਰੀ you ਹੈ, just say, sickness, go. ਤੁਸੀਂ ਸਿਰਫ ਕਹੋ ਬਿਮਾਰੀ ਬਾਹਰ ਜਾ, You are not part of me. ਤੂੰ ਮੇਰਾ ਹਿੱਸਾ ਨਹੀਂ ਹੈ, I am created by God. ਮੈਂ ਪ੍ਰਭੂ ਦੁਆਰਾ ਬਣਾਇਆ And I ਗਿਆ was given power over you ਔਰ ਮੈਨੂੰ ਤੇਰੇ ਉੱਪਰ ਸਾਮਰਥ ਦਿੱਤੀ ਗਈ, Listen ਪਾਵਰ ਦਿੱਤੀ to ਗਈ me. ਮੈਨੂੰ ਸੁਣ, out of my body. ਮੇਰੇ ਬਾਡੀ 'ਚੋਂ ਬਾਹਰ ਜਾ, Then you see yourself free. ਔਰ ਤੁਸੀਂ ਆਪਣੇ ਆਪ ਨੂੰ ਦੇਖੋਗੇ ਆਜ਼ਾਦ। When ਫਿਰ the demons, they come in your house, ਜਦ ਦੁਸ਼ਟ ਆਤਮਾ ਤੁਹਾਡੇ ਘਰਾਂ 'ਚ ਆਉਂਦੇ ਨੇ, spiritual husbands, ਜੋ ਆਤਮਿਕ ਜੋ ਪਤੀ Spiritual ਹੁੰਦੇ ਨੇ, wives. ਜੋ ਆਤਮਿਕ ਪਤਨੀਆਂ ਨੇ, you have the power to chase them out of your life ਤੁਹਾਡੇ ਕੋਲ ਪਾਵਰ ਹੈ ਕਿ ਤੁਸੀਂ ਉਹਨਾਂ ਨੂੰ ਆਪਣੀ ਜ਼ਿੰਦਗੀ 'ਚੋਂ ਬਾਹਰ ਕੱਢ ਸਕਦੇ ਹੋ, by the speaking of your mouth. ਸਿਰਫ ਆਪਣੇ ਮੂੰਹ ਨਾਲ ਬੋਲ ਕੇ। Tell them, demon, ਉਹਨਾਂ ਨੂੰ ਕਹੋ ਦੁਸ਼ਟ ਆਤਮਾ come out of my life. ਮੇਰੀ ਜ਼ਿੰਦਗੀ 'ਚੋਂ ਬਾਹਰ ਆ, I was given power over you. ਮੈਨੂੰ ਤੇਰੇ ਉੱਪਰ ਪਾਵਰ ਦਿੱਤੀ ਗਈ ਹੈ। Wherever you are coming, ਤੂੰ ਜਿੱਥੋਂ ਵੀ ਆ ਰਿਹਾ ਹੈ, wherever you are coming from, ਤੂੰ ਜਿੱਥੋਂ ਵੀ ਆ ਰਿਹਾ ਹੈ, go back there. ਵਾਪਸ ਜਾ ਉੱਥੇ, You have no part in my life. ਤੇਰਾ ਮੇਰੀ ਜ਼ਿੰਦਗੀ 'ਚ ਕੋਈ ਹਿੱਸਾ ਹੀ ਨਹੀਂ ਹੈ। I was anointed and sanctified by God ਮੈਂ ਪਰਮੇਸ਼ਰ ਦੁਆਰਾ ਮਸਾ ਕੀਤਾ ਗਿਆ, ਪ੍ਰਭੂ ਦੁਆਰਾ ਪਵਿੱਤਰ ਕੀਤਾ ਗਿਆ, ਅਲੱਗ ਕੀਤਾ ਗਿਆ, and given that power over you. ਔਰ ਮੈਨੂੰ ਪਰਮੇਸ਼ਰ ਨੇ ਪਾਵਰ ਦਿੱਤੀ ਤੇਰੇ ਉੱਪਰ। Then you will see that there is no demon that will touch your life. ਤੁਸੀਂ ਵੇਖੋਗੇ ਫਿਰ ਕੋਈ ਦੁਸ਼ਟ ਆਤਮਾ ਤੁਹਾਨੂੰ ਛੂ ਨਹੀਂ ਪਾ ਰਿਹਾ। Somebody say hallelujah. ਹਾਲੇਲੂਇਆ, Say power. ਕੋ ਪਾਵਰ। So this is the number one power that was given. ਇਹ ਪਹਿਲੀ people ਪਾਵਰ by ਜੋ ਤੁਹਾਨੂੰ God. ਦਿੱਤੀ ਗਈ ਹੈ ਪ੍ਰਭੂ ਦੁਆਰਾ। So you shall see that even Jesus, when he came again, ਇਸੇ ਕਰਕੇ ਜਦੋਂ ਯੀਸ਼ੂ ਮਸੀਹ ਦੁਬਾਰਾ ਆਏ, he had to make sure that he is giving power and giving power again and again. ਯੀਸ਼ੂ ਮਸੀਹ ਦੁਬਾਰਾ ਪਾਵਰ ਦਿੰਦੇ ਗਏ। But the problem is using the power. ਪਰ ਜੋ ਪਰੇਸ਼ਾਨੀ ਇੱਕ ਤੁਸੀਂ ਇਸ ਪਾਵਰ ਨੂੰ ਯੂਜ਼ ਕਿਵੇਂ ਕਰਨਾ You ਹੈ। remember even the disciples in the book of Matthew chapter 10 verse 1. ਯਾਦ ਰੱਖੋ ਚੇਲੇ ਮਤੀ 10 ਉਸ ਤੇ 1 ਨੰਬਰ ਆਇਤ ਦੇ The ਵਿੱਚ Bible says he called the 12 and gave them power, ਬਾਈਬਲ ਕਹਿੰਦੀ ਕਿ ਉਸਨੇ 12 ਚੇਲਿਆਂ ਨੂੰ ਬੁਲਾਇਆ ਔਰ ਉਹਨਾਂ ਦੇ ਉੱਪਰ ਉਸ ਨੂੰ ਅਧਿਕਾਰ ਦਿੱਤਾ, gave them authority, ਉਹਨਾਂ ਦੇ ਉੱਪਰ ਉਸ ਨੂੰ ਅਧਿਕਾਰ ਦਿੱਤਾ। which is dominion ਇਹਦਾ ਮਤਲਬ ਰਾਜ ਕਰਨ ਦੀ over ਸਾਮਰਥ ਦਿੱਤੀ, unclean spirits, ਦੁਸ਼ਟ ਆਤਮਿਆਂ ਦੇ ਉੱਪਰ, demons. ਹਰ ਇੱਕ ਦੁਸ਼ਟ ਆਤਮੇ ਪਰ He gave them power. ਪ੍ਰਭੂ ਯੀਸ਼ੂ ਮਸੀਹ ਨੂੰ ਪਾਵਰ ਦਿੱਤੀ। But you shall see that after that, ਪਰ ਤੁਸੀਂ ਦੇਖੋਗੇ ਕਿ ਉਸ ਦੇ ਬਾਅਦ there was one man who came who was having a sickness. ਇੱਕ ਆਦਮੀ ਜੋ ਉੱਥੇ ਆਇਆ, ਉਸ ਅੰਦਰ ਬਿਮਾਰੀ ਸੀ, ਉਹ ਬਿਮਾਰ ਸੀ, And Jesus was praying in the mountain. ਔਰ ਯੀਸ਼ੂ ਮਸੀਹ ਪਹਾੜ ਉੱਪਰ ਪ੍ਰਾਰਥਨਾ ਕਰ ਰਹੇ ਸੀ। And the man came with that boy who was having a demon. ਜਦੋਂ ਬੰਦਾ ਆਇਆ ਤਾਂ ਉਸ ਅੰਦਰ ਇੱਕ ਦੁਸ਼ਟ ਸੀ, They came to the disciples. ਉਹ ਚੇਲਿਆਂ ਕੋਲ ਗਏ, Pray for my son. ਉਸ ਆਦਮੀ ਨੇ ਕਿਹਾ ਕਿ ਮੇਰੇ ਬੇਟੇ ਲਈ ਪ੍ਰਾਰਥਨਾ ਕਰ। The disciples prayed and prayed and prayed, but nothing happened. ਚੇਲਿਆਂ ਨੇ ਪ੍ਰਾਰਥਨਾ ਕੀਤੀ ਪਰ ਕੁਝ ਨਾ ਹੋਇਆ। But when Jesus came, ਪਰ ਜਦ ਯੀਸ਼ੂ ਮਸੀਹ ਆਏ he did not pray. ਤਾਂ ਯੀਸ਼ੂ ਮਸੀਹ ਨੇ ਪ੍ਰਾਰਥਨਾ ਨਹੀਂ He ਕੀਤੀ। commanded the demon to go. ਯੀਸ਼ੂ ਮਸੀਹ ਨੇ ਸਿਰਫ ਦੁਸ਼ਟ ਨੂੰ ਕਮਾਂਡ ਕੀਤਾ ਕਿ ਜਾ, You evil spirit, you sickness, come out. ਤੂੰ ਦੁਸ਼ਟ ਆਤਮਾ, ਤੂੰ ਬਿਮਾਰੀ ਬਾਹਰ ਆ, And it left. ਔਰ ਉਸੇ ਸਮੇਂ ਉਹ ਚਲਾ ਗਿਆ। Somebody say hallelujah. ਹਾਲੇਲੂਇਆ। But the disciples were busy praying. ਪਰ ਜਿਹੜੇ ਚੇਲੇ ਸੀ ਉਹ ਪ੍ਰਾਰਥਨਾ ਕਰਨ 'ਚ ਬਿਜ਼ੀ ਸੀ। There are some times where you don't need to pray if you know the power that you carry. ਜੇ ਤੁਸੀਂ ਉਸ ਪਾਵਰ ਨੂੰ ਜਾਣਦੇ ਜੋ ਤੁਹਾਡੇ ਅੰਦਰ ਹੈ, ਤਾਂ ਫਿਰ ਕਈ ਵਾਰ ਤੁਹਾਨੂੰ ਪ੍ਰਾਰਥਨਾ ਕਰਨ ਦੀ ਲੋੜ ਨਹੀਂ ਹੈਗੀ, You just need to command. ਤੁਸੀਂ ਸਿਰਫ ਕਮਾਂਡ ਕਰੋ। You know, when you are coming to me, all of you saying, pray for me, pray for me. ਜਦ ਤੁਹਾਨੂੰ ਪਤਾ, ਜਦ ਤੁਸੀਂ ਸਾਰੇ ਮੇਰੇ ਕੋਲ ਆਉਂਦੇ ਹੋ ਔਰ ਮੈਨੂੰ ਆਣ ਕੇ ਕਹਿੰਦੇ ਹੋ ਕਿ ਮੇਰੇ ਲਈ When I'm ਪ੍ਰਾਰਥਨਾ ਕਰੋ, ਮੇਰੇ ਲਈ really ਪ੍ਰਾਰਥਨਾ praying for ਕਰੋ, you, ਜਦ ਮੈਂ ਤੁਹਾਡੇ ਵਾਸਤੇ ਸੱਚੀ ਪ੍ਰਾਰਥਨਾ I ਕਰਦਾ don't even say, Father, in the name of Jesus, this. No. ਤਾਂ ਮੈਂ ਤੁਹਾਡੇ ਸਿਰ ਤੇ ਹੱਥ ਰੱਖ ਕੇ ਇਹ ਵੀ ਨਹੀਂ ਕਹਿੰਦਾ ਪਿਤਾ ਪ੍ਰਭੂ ਯੀਸ਼ੂ ਮਸੀਹ ਦੇ ਨਾਮ 'ਚ I ਏਦਾਂ will simply ਕੁਝ touch ਨਹੀਂ your ਕਹਿੰਦਾ। head. You are down. ਮੈਂ ਸਿਰਫ ਤੁਹਾਡੇ ਸਿਰ ਤੇ ਹੱਥ ਰੱਖ ਕੇ ਏਦਾਂ ਹੀ ਕਰਦਾ, ਤੁਸੀਂ I will ਡਿੱਗ touch your ਜਾਂਦੇ head. Come out. ਮੈਂ ਤੁਹਾਡੇ ਸਿਰ ਉੱਪਰ ਹੱਥ ਰੱਖ ਕੇ ਸਿਰਫ ਇਹ ਕਹਿੰਦਾ ਕਿ ਬਾਹਰ ਆ। Why am I doing like that? ਕਿਉਂ ਮੈਂ ਏਦਾਂ ਕਰਦਾ? I don't need to waste time praying and praying. I need just to command the demon to go. ਕਿਉਂਕਿ ਮੈਂ ਆਪਣੇ ਸਮੇਂ ਨੂੰ ਵਾਰ-ਵਾਰ ਪ੍ਰਾਰਥਨਾ ਕਰਕੇ ਬਰਬਾਦ ਨਹੀਂ ਕਰਨਾ ਚਾਹੁੰਦਾ, ਮੈਂ ਸਿਰਫ ਦੁਸ਼ਟ ਨੂੰ ਕਮਾਂਡ ਕਰਦਾ ਕਿ ਜਾ, Because I know the power that is given unto me. ਕਿਉਂਕਿ ਮੈਂ ਉਸ ਪਾਵਰ ਨੂੰ ਜਾਣਦਾ ਜੋ ਮੈਨੂੰ ਦਿੱਤੀ ਗਈ ਹੈ। You know, I'm one of a person who is very difficult to understand. ਤੁਹਾਨੂੰ ਪਤਾ ਕਿ ਮੈਂ ਇੱਕ ਐਸਾ ਇਨਸਾਨ ਹਾਂ ਜਿਸ ਨੂੰ ਸਮਝਣਾ ਬਹੁਤ ਮੁਸ਼ਕਿਲ ਹੈ। You know, you can come to me like in the morning. ਤੁਹਾਨੂੰ ਪਤਾ ਤੁਸੀਂ ਸਵੇਰੇ ਮੇਰੇ ਕੋਲ ਆ ਸਕਦੇ I ਹੋ, don't have money, or in 2 days I don't have money, or 3 days I don't have ਹੋ money. ਸਕਦਾ ਮੇਰੇ ਕੋਲ ਉਸ ਦਿਨ ਪੈਸਾ ਨਹੀਂ, 2 ਦਿਨ 3 I ਦਿਨ told ਤੱਕ you ਮੇਰੇ last ਕੋਲ time. ਕੋਈ ਪੈਸਾ ਨਹੀਂ ਹੈ। That time when then I need money, ਮੈਂ ਤੁਹਾਨੂੰ ਪਿਛਲੀ ਵਾਰ ਵੀ ਦੱਸਿਆ ਸੀ ਕਿ ਹੋ ਸਕਦਾ ਕਿ ਮੇਰੇ ਕੋਲ 2-4 ਦਿਨ ਤੋਂ ਕੋਈ It will ਪੈਸਾ come. ਨਹੀਂ ਹੈ, ਪਰ ਜਿਸ ਸਮੇਂ ਮੈਨੂੰ ਪੈਸੇ ਦੀ ਲੋੜ ਹੈ ਉਸ It ਸਮੇਂ will come. ਪੈਸਾ ਆ ਜਾਂਦਾ ਹੈ ਖੁਦ ਬ ਖੁਦ। it will come. I will just open my message there. ਮੈਂ ਸਿਰਫ ਆਪਣੇ ਮੈਸੇਜ ਖੋਲਦਾ, Say, money, ਮੈਂ ਕਹਿੰਦਾ ਪੈਸਾ appear. ਹੁਣੇ ਆ। You will see within the next 2 days, somebody have sent money from UK, someone sent money from America. ਫਿਰ ਮੈਂ ਦੇਖਦਾ ਅਗਲੇ 2 ਦਿਨ ਦੇ ਵਿੱਚ ਕਦੀ ਕਿਸੇ ਨੇ ਯੂਕੇ ਤੋਂ ਪੈਸੇ ਭੇਜੇ ਹੁੰਦੇ, ਕਿਸੇ ਨੇ ਅਮਰੀਕਾ ਤੋਂ ਭੇਜੇ ਹੁੰਦੇ I ਨੇ। will not tell them. ਉਹ ਮੈਂ ਨਹੀਂ ਉਹਨਾਂ ਨੂੰ ਭੇਜਣ ਲਈ They ਕਹਿੰਦਾ, will just remember wherever they are that there is a man of God. ਉਹਨਾਂ ਨੂੰ ਬੈਠੇ ਬੈਠੇ ਉੱਥੇ ਯਾਦ ਆ ਜਾਂਦਾ ਕਿ ਇੱਕ ਪਰਮੇਸ਼ਵਰ ਦਾ ਦਾਸ ਹੈ, Let me just send something for him to buy a cold drink. ਮੈਂ ਉਹਦੇ ਵਾਸਤੇ ਪੈਸੇ ਭੇਜਾਂ ਕਿ ਕੋਲਡ ਡਰਿੰਕ ਲੈ ਲੇ। You will see money coming. ਤੁਸੀਂ ਦੇਖੋਗੇ ਪੈਸਾ ਆਂਦਾ।
Why? क्यों? I know the power that I carry. क्योंकि मैं उस पावर ਨੂੰ ਜਾਣਦਾ ਜੋ ਮੇਰੇ ਅੰਦਰ ਹੈ। Are you seeing that? ਕੀ ਤੁਸੀਂ ਇਸ You ਚੀਜ਼ ਨੂੰ- lack and you suffer because you don't know the power that you carry. ਤੁਸੀਂ ਦੁੱਖ ਦੇਖਦੇ ਹੋ ਤੁਹਾਡੀ ਜ਼ਿੰਦਗੀ 'ਚ ਕਮੀਆਂ ਨੇ ਕਿਉਂ? ਕਿਉਂਕਿ ਤੁਸੀਂ ਉਸ ਪਾਵਰ ਨੂੰ ਨਹੀਂ ਜਾਣਦੇ ਜੋ ਤੁਹਾਡੇ ਅੰਦਰ ਹੈ। You can do anything. Listen to me. You can do anything. ਮੈਨੂੰ ਸੁਣੋ, ਤੁਸੀਂ ਕੁਝ ਵੀ ਕਰ ਸਕਦੇ ਹੋ, ਕੁਝ ਵੀ। Everyone who is here, ਸਾਰੇ ਜੋ ਇੱਥੇ ਨੇ, you can do anything that you want in your life. ਤੁਹਾਨੂੰ ਜੋ ਆਪਣੀ ਜ਼ਿੰਦਗੀ 'ਚ ਚਾਹੀਦਾ ਤੁਸੀਂ ਕੁਝ ਵੀ ਕਰ ਸਕਦੇ ਹੋ। But the problem is that you don't know that you can do anything that you want. ਪਰ ਪਰੇਸ਼ਾਨੀ ਇਹ ਹੈ ਕਿ ਤੁਸੀਂ ਇਸ ਚੀਜ਼ ਨੂੰ ਨਹੀਂ ਜਾਣਦੇ ਕਿ ਤੁਸੀਂ ਜੋ ਚਾਹੁੰਦੇ ਹੋ ਤੁਸੀਂ ਕੁਝ ਵੀ ਕਰ ਸਕਦੇ ਹੋ। But you are given that power. ਪਰ ਤੁਹਾਨੂੰ ਉਹ ਪਾਵਰ ਦਿੱਤੀ ਗਈ ਹੈ। All you need is just to know, how can I achieve anything that I want to achieve? ਤੁਹਾਨੂੰ ਸਿਰਫ ਇਸ ਚੀਜ਼ ਨੂੰ ਜਾਣਨ ਦੀ ਲੋੜ ਹੈ ਕਿ ਤੁਸੀਂ ਜੋ ਪਾਣਾ ਚਾਹੁੰਦੇ ਤੁਸੀਂ ਉਸ ਨੂੰ ਕਿਸ ਤਰੀਕੇ ਨਾਲ ਪਾਣਾ ਹੈ। And for you to achieve, ਉਹ ਤੁਸੀਂ ਉਸ ਚੀਜ਼ ਨੂੰ ਪਾਣਾ ਉਸ ਦੇ ਲਈ it doesn't need a whole lot of parables. No. ਤੁਹਾਨੂੰ ਉਹ ਚੀਜ਼ ਪਾਉਣ ਦੇ ਲਈ ਬਹੁਤ ਲੰਬੇ ਲੰਬੇ ਦ੍ਰਿਸ਼ਟਾਂਤਾਂ ਦੀ ਲੋੜ ਨਹੀਂ ਹੈ। You just need to command it. ਤੁਹਾਨੂੰ ਸਿਰਫ ਕਮਾਂਡ ਕਰਨ ਦੀ ਲੋੜ You ਹੈ। have power over money. ਤੁਹਾਡੇ ਕੋਲ ਉਹਨਾਂ ਦੇ ਉੱਪਰ ਪਾਵਰ ਹੈ। You have power over promotion at your job. ਤੁਹਾਡੇ ਕੋਲ ਪ੍ਰਮੋਸ਼ਨ ਔਰ ਤੁਹਾਡੇ ਜੌਬ You ਦੇ have ਉੱਪਰ ਪਾਵਰ ਹੈ। power over the embassies. ਤੁਹਾਡੇ ਕੋਲ ਐਮਬੈਸੀ ਦੇ ਉੱਪਰ ਪਾਵਰ ਹੈ। You have power over the teachers in your class. ਤੁਹਾਡੇ ਕੋਲ ਤੁਹਾਡੇ ਕਲਾਸ ਦੇ ਟੀਚਰਾਂ ਉੱਪਰ ਵੀ ਪਾਵਰ ਹੈ। You simply command, I want A's here, I want passes here. ਤੁਸੀਂ ਸਿੱਧਾ ਕਮਾਂਡ ਕਰ ਸਕਦੇ ਹੋ ਆਪਣੇ ਟੀਚਰ ਦੇ ਪ੍ਰਤੀ ਕਿ ਮੈਨੂੰ ਇਹ ਚਾਹੀਦਾ ਹਰ You have them. ਸਬਜੈਕਟ 'ਚ। ਤੁਹਾਡੇ ਕੋਲ ਆਏਗਾ ਉਹ। But when you don't know that you carry that power, ਪਰ ਜਦ ਤੁਹਾਨੂੰ ਨਹੀਂ ਪਤਾ ਕਿ ਤੁਹਾਡੇ ਅੰਦਰ ਇਹ ਪਾਵਰ ਹੈ, you suffer an examination, examination after examination, examination after examination. ਤੁਸੀਂ ਫਿਰ ਸਿਰਫ ਪ੍ਰੋਬਲਮਸ ਹੀ ਦੇਖੋਗੇ ਆਪਣੇ ਪੇਪਰਾਂ 'ਚ, ਇੱਕ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਤੋਂ ਬਾਅਦ ਪੇਪਰ ਦੇਈ ਜਾ ਰਹੇ ਹੋ। Christ TV, changing lives, changing nations. United Body of Christ, Church of all Nations, presents the Daniel Gift Dream Interpretation Program. You have a dream? Send us. Get interpretation on our live dream interpretation program. Don't miss your destiny, your purpose, and the voice of God hidden in your dream. Send your dream on the WhatsApp numbers on the screen. God bless you. Prophecy, healing, and deliverance. The time has come. Join the man of God, Apostle Petros Alpha, in special interactive prayer session. 2 Kings chapter number 4 verse 2. And Elisha said unto her, What shall I do for thee? Tell me. Register and have time with the prophet. Take your life to the next level. Information is on the screen. Shalom.